This show is sponsored by Ashoka Tandoori Range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੇ ਰਵਨੀਤ ਬਿੱਟੂ ਦੀ ਪ੍ਰਤੀਕਿਰਿਆ, ਕਿਹਾ ਬਾਦਲਾਂ ਦੀ ਜੇਬ ਚੋਂ ਨਿਕਲੇ ਹਨ ਜਥੇਦਾਰ। ਅੰਮ੍ਰਿਤਸਰ 'ਚ ਵਾਪਰਿਆ ਦਰਦਨਾਕ ਸੜਕ ਹਾਦਸੇ ਦੇ ਵਿੱਚ ਗੱਡੀ ਤੇ ਰਿਕਸ਼ਾ ਚਾਲਕ ਦੇ ਵਿੱਚ ਹੋਈ ਭਿਆਨਕ ਟੱਕਰ। ਚਾਲਕ ਦੀ ਮੌਕੇ ਤੇ ਮੌਤ, ਗੱਡੀ ਚਾਲਕ ਮੌਕੇ ਤੋਂ ਫਰਾਰ। ਚੰਡੀਗੜ੍ਹ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਸ਼ਰਾਬ ਠੇਕੇਦਾਰ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ। ਲੁਧਿਆਣਾ 'ਚ ਕਰੋਨਾ ਮਹਾਮਾਰੀ ਦਾ ਕਹਿਰ ਜਾਰੀ, 12ਵਾਂ ਨਵੇਂ ਮਾਮਲੇ ਆਏ ਸਾਹਮਣੇ। ਪੋਜ਼ਿਟਿਵ ਮਾਮਲਿਆਂ ਵਿੱਚ 9 ਮਹਿਲਾਵਾਂ ਅਤੇ 2 ਆਦਮੀ ਸ਼ਾਮਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਕਾ ਨੀਲਾ ਤਾਰਾ ਦੀ 36ਵੀਂ ਬਰਸੀ ਮੌਕੇ ਖਾਲਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹੁਣ ਲੁਧਿਆਣਾ ਤੋਂ ਕਾਂਗਰਸ ਪਾਰਟੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਬਿੱਟੂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਗੰਭੀਰ ਦੋਸ਼ ਲਗਾਏ ਗਏ ਨੇ। ਬਿੱਟੂ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਦਲਾਂ ਦੀ ਜੇਬ ਚੋਂ ਨਿਕਲੇ ਹਨ। ਇਸ ਮੌਕੇ ਉਹਨਾਂ ਸਵਾਲ ਕੀਤਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਕੈਬਨਿਟ ਤੋਂ ਖਾਲਿਸਤਾਨ ਦੀ ਮੰਗ ਕਰੇਗੀ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਆਹ ਦਿਨ ਸਾਰੇ ਸਮੁੱਚੇ ਪੰਜਾਬੀਆਂ ਲਈ, ਸਿੱਖਾਂ ਲਈ ਬਹੁਤ ਹੀ ਦੁਖਦਾਈ ਤੇ ਦਰਦ ਭਰੇ ਮੰਜ਼ਲ ਆ। ਹਰ ਘਰ 'ਚ ਸੋਗ ਤੇ ਦੁੱਖ ਹੀ ਮਨਾਇਆ ਜਾਂਦਾ ਹੈ। ਪਰ ਮੈਂ ਬਾਰ-ਬਾਰ ਜਿਵੇਂ ਇਹ ਗੱਲ ਕਹੀ ਸੀ ਵੀ ਸਾਡੇ ਸਾਰਿਆਂ ਲਈ ਅਕਾਲ ਤਖਤ ਸਾਹਿਬ ਤੋਂ ਵੱਡਾ ਕੁਛ ਨਹੀਂਗਾ। ਉਦੋਂ ਸੁੱਚੀ ਜਗ੍ਹਾ ਸਾਡੇ ਲਈ ਉਦੋਂ ਵੱਡਾ ਹੁਕਮ ਕੋਈ ਨਹੀਂ। ਪਰ ਜਿਹੜੇ ਉਸ ਗੱਦੀਆਂ ਤੇ ਬਹਿੰਦੇ ਆ, ਮੈਂ ਪਹਿਲਾਂ ਵੀ ਗੱਲ ਅੱਜ ਤੋਂ 3-4 ਮਹੀਨੇ ਪਹਿਲਾਂ ਉਠਾਈ ਸੀ, ਉਸ ਜਿਹੜੇ ਗੱਦੀਆਂ ਤੇ ਬਹਿੰਦੇ ਨੇ ਉਹ ਬਾਦਲ ਸਾਹਿਬ, ਜਿਹੜੀ ਅਕਾਲੀ ਦਲ ਪਾਰਟੀ ਆ, ਬਾਦਲ ਸਾਹਿਬ, ਉਹਨਾਂ ਦੀਆਂ ਜੇਬਾਂ ਚੋਂ ਪਰਚੀਆਂ ਨਿਕਲ ਕੇ ਉਹ ਗੱਦੀਆਂ ਤੇ ਬਹਿੰਦੇ ਆ। ਤੇ ਅੱਜ ਜਦੋਂ ਮੈਂ ਪਹਿਲਾਂ ਕਹਿੰਦਾ ਸੀ, ਮੈਂ ਬੀਜੇਪੀ ਨੂੰ ਵੀ ਉਦੋਂ ਕਿਹਾ ਸੀ, ਆਮ ਆਦਮੀ ਪਾਰਟੀ ਨੂੰ ਵੀ ਕਿਹਾ ਸੀ, ਜਦੋਂ ਜਗਤਾਰ ਹਵਾਰੇ ਦੀ ਗੱਲ ਆਈ ਸੀ, ਪਰ ਉਸ ਵੇਲੇ ਕੋਈ ਨਹੀਂ ਬੋਲਿਆ। ਉਹ ਦਰਦ ਆ ਜਿਹੜਾ, ਕਿਉਂਕਿ ਉਹ ਮੇਰਾ ਦਰਦ ਸੀ, ਸਾਡਾ ਦਰਦ ਸੀ, ਉਦੋਂ ਇਹ ਪਾਰਟੀਆਂ ਨਹੀਂ ਬੋਲੀਆਂ। ਪਰ ਅੱਜ ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜੀ ਬੀਜੇਪੀ ਦੀ ਸਰਕਾਰ ਆ, ਜਿਹਦੇ ਵਿੱਚ ਬੀਬੀ ਹਰਸਿਮਰਤ ਕੌਰ ਭਾਈਵਾਲ ਨੇ, ਅਕਾਲੀ ਦਲ ਭਾਈਵਾਲ ਆ, ਵੀ ਸਾਰੇ ਮੁਲਕ ਦੇ ਵਿੱਚ ਅੱਜ ਜਥੇਦਾਰ ਸਾਹਿਬ ਨੇ ਕਿਹਾ ਵੀ ਸਿੱਖਾਂ ਦੇ ਨਾਲ ਉਹ ਸਰਕਾਰ ਆ ਜਿਹੜੀ ਉਹ ਧੱਕਾ ਕਰ ਰਹੀ ਹੈ, ਕੋਈ ਚੰਗਾ ਵਰਤਾਓ ਨਹੀਂ ਕਰ ਰਹੀ। ਅੱਜ ਬੀਜੇਪੀ ਤੇ ਬੀਬੀ ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਬਾਦਲ ਇਸ ਗੱਲ ਤੇ ਕੀ ਕਹਿਣਗੇ? ਇਹੀ ਗੱਲ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ, ਜਿਹੜੇ ਪ੍ਰਧਾਨ ਅਕਾਲੀ ਦਲ ਦੇ ਬਣਾਏ ਹੋਏ ਨੇ, ਉਹਨਾਂ ਨੇ, ਲੌਂਗੋਵਾਲ ਸਾਹਿਬ ਨੇ ਗੱਲ ਕਹੀ। ਦੂਜੀ ਉਹਨਾਂ ਨੇ ਇਹ ਗੱਲ ਕਹੀ ਬਈ ਸਾਨੂੰ ਖਾਲਿਸਤਾਨ ਹਰ ਸਿੱਖ ਚਾਹੁੰਦਾ ਏ, ਹਰ ਪੰਜਾਬੀ ਚਾਹੁੰਦਾ ਏ। ਇਹ ਬਿਲਕੁਲ ਝੂਠ। ਅੱਜ ਕਿਹੜੀ ਸਰਕਾਰ ਆ ਜਿਹੜੀ ਡੈਮੋਕ੍ਰੈਟਿਕ ਢੰਗ ਨਾਲ ਲੋਕਾਂ ਨੇ ਬਣਾਈ ਆ? ਸਿਮਰਨਜੀਤ ਸਿੰਘ ਮਾਨ ਜਾਂ ਹੋਰ ਅਕਾਲੀ ਦਲ ਜਿਹੜੇ ਉਹ ਖਾਲਿਸਤਾਨ ਮੰਗਦੇ ਸੀ ਤੇ ਲੋਕਾਂ ਨੇ ਬਿਲਕੁਲ ਉਹਨਾਂ ਨੂੰ ਨਕਾਰਿਆ ਏ। ਜ਼ਮਾਨਤਾਂ ਜ਼ਬਤ ਹੁੰਦੀਆਂ ਏ, ਕਿਤੇ ਪਾਰਲੀਮੈਂਟ ਚੋਣਾਂ 'ਚ ਵੀ 200-400 ਵੋਟ ਪੈਂਦੀ ਆ, ਤੇ ਲੋਕਾਂ ਨੇ ਉਹ ਏਜੰਡਾ ਬਿਲਕੁਲ ਨਕਾਰਿਆ ਏ, ਜਿਹਦੀ ਗੱਲ ਜਥੇਦਾਰ ਸਾਹਿਬ ਨੇ ਕੀਤੀ ਆ। ਲੋਕ ਪੰਜਾਬ ਚਾਹੁੰਦੇ ਨੇ, ਪੰਜਾਬ ਦੀ ਖੁਸ਼ਹਾਲੀ ਚਾਹੁੰਦੇ ਆ। ਤੇ ਤੀਜੀ ਗੱਲ ਮੈਂ ਜਿਹੜੀ ਪੁੱਛਣਾ ਚਾਹੁੰਦਾ, ਅੱਜ ਆਮ ਆਦਮੀ ਪਾਰਟੀ ਨੇ ਇਹਦਾ ਵਿਰੋਧ ਕੀਤਾ, ਸਵਾਗਤ ਕਰਦਾ ਮੈਂ ਉਹਨਾਂ ਦਾ। ਬੀਜੇਪੀ ਅੱਜ ਜਾਗੀ ਆ, ਉੱਠੀ ਆ। ਉਹ ਅੱਜ ਜ਼ਰੂਰ ਦੱਸਣ ਕਿ ਮੋਦੀ ਸਾਹਿਬ, ਅਮਿਤ ਸ਼ਾਹ ਜੀ ਤਾਂ ਹੋਰ ਸਰਕਾਰ ਕਿੱਥੇ-ਕਿੱਥੇ ਜਿਹੜਾ ਜਥੇਦਾਰ ਜੀ ਨੇ ਕਿਹਾ ਉਹ ਧੱਕਾ ਕਰ ਰਹੀ ਆ, ਕਿੱਥੇ-ਕਿੱਥੇ ਕੁਤਾਹੀਆਂ ਕਰ ਰਹੀ ਆ, ਉਹ ਗੱਲ ਦਾ ਜਵਾਬ ਦੇਣਾ ਪਊ। ਕਿਉਂਕਿ ਜਥੇਦਾਰ ਸਾਹਿਬ ਬਾਦਲ ਦੀ ਜੇਬ ਚੋਂ ਨਿਕਲੇ ਹੋਏ ਨੇ, ਉਹਨਾਂ ਨੇ ਇਹ ਗੱਲ ਕਹੀ ਆ ਤੇ ਹੋਰ ਵੀ ਇਹ ਜ਼ਰੂਰੀ ਹੋ ਜਾਂਦੀ ਹੈ। ਤੇ ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ, ਜੇ ਉਹਨਾਂ ਨੇ ਤੇ ਲੌਂਗੋਵਾਲ ਸਾਹਿਬ ਨੇ ਉਹਨਾਂ ਦੇ ਬਣਾਏ ਹੋਏ। ਇਹਦਾ ਮਤਲਬ ਕੀ ਬੀਬੀ ਹਰਸਿਮਰਤ ਕੌਰ ਆਪਣੇ ਜਥੇਦਾਰ ਸਾਹਿਬ ਦੀ, ਆਪਣੇ ਲੌਂਗੋਵਾਲ ਸਾਹਿਬ ਪ੍ਰਧਾਨ ਦੀ ਗੱਲ ਮੰਨਣਗੇ? ਕੈਬਨਿਟ ਦੇ ਵਿੱਚ ਖਾਲਿਸਤਾਨ ਮੰਗਣਗੇ? ਅੱਜ ਇਹ ਸਾਫ਼ ਗੱਲਾਂ ਹੋ ਜਾਣਗੀਆਂ ਕੁਝ ਦਿਨਾਂ ਬਾਅਦ। ਇੱਕ ਤਾਂ ਬੀਜੇਪੀ ਸਾਫ਼ ਕਰੇ ਵੀ ਜੋ ਅਕਾਲੀ ਦਲ ਨੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਾਏ ਨੇ ਜਿਹੜੇ ਲੌਂਗੋਵਾਲ ਸਾਹਿਬ ਤੇ ਜਥੇਦਾਰ, ਉਹਨਾਂ ਨੇ ਜਿਹੜੀ ਗੱਲ ਕਹੀ ਹੈ ਖਾਲਿਸਤਾਨ ਦੀ, ਉਹਨੂੰ ਅਕਾਲੀ ਦਲ ਬੀਜੇਪੀ ਕੋਲ ਹਰਸਿਮਰਤ ਕੌਰ ਕੈਬਨਿਟ 'ਚ ਗੱਲ ਉਠਾਏਗੀ। ਨਹੀਂ ਇਹ ਸਾਬਤ ਹੋ ਜਾਏਗਾ
ਵੀ ਇਹ ਗੱਲਾਂ ਕਹਿਣ ਦੀਆਂ ਇਹ ਨਾ ਉਹ ਆਪਣੇ ਜਥੇਦਾਰ ਸਾਹਿਬ ਦੀ ਗੱਲ ਮੰਨਦੇ ਆ, ਨਾ ਆਪਣੇ ਐਸਜੀਪੀਸੀ ਦੀ ਪ੍ਰਧਾਨ ਦੀ ਗੱਲ ਮੰਨਦੇ ਆ। ਜਿਹੜੀ ਉਹ ਗੱਲ ਕਹਿੰਦੇ ਆ ਵੀ ਹਰ ਸਿੱਖ ਨੂੰ ਮੰਨਣੀ ਚਾਹੀਦੀ ਆ, ਅੱਜ ਬੀਬੀ ਹਰਸਿਮਰਤ ਕੌਰ ਨੂੰ ਇਹ ਖਾਲਿਸਤਾਨ ਦੀ ਮੰਗ ਆ ਫਿਰ ਲੈ ਕੇ ਜਾਣੀ ਚਾਹੀਦੀ ਹੈ ਕੈਬਨਿਟ ਦੇ ਵਿੱਚ, ਪਰ ਲੋਕਾਂ ਨੂੰ ਗੁੰਮਰਾਹ ਨਾ ਕਰੋ। ਦੂਜੀ ਗੱਲ, ਬੀਜੇਪੀ ਨੂੰ ਅੱਜ ਇਹ ਸਪਸ਼ਟ ਕਰਨਾ ਪਊਗਾ ਵੀ ਉਹ ਅਕਾਲੀ ਦਲ ਦੇ ਬਣਾਏ ਹੋਏ ਇਹ ਦੋਨੋਂ ਲੋਕਾਂ ਦੀ ਗੱਲ ਨਾਲ ਕਿੰਨਾ ਸਹਿਮਤ ਨੇ। ਕੀ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਸਿੱਖਾਂ ਨਾਲ ਧੱਕਾ ਹੋ ਰਿਹਾ, ਦੁਰਵਿਵਹਾਰ ਹੋ ਰਿਹਾ ਜਿਹੜਾ ਜਥੇਦਾਰ ਸਾਹਿਬ ਕਹਿ ਰਹੇ ਆ, ਪਰ ਇਹ ਖਾਲਿਸਤਾਨ ਦੀ ਅੱਜ ਮੰਗ ਕਰਕੇ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਉਹ ਤੇ ਮੋਹਰ ਲਾਈ ਆ, ਤੇ ਹੁਣ ਸਾਰੇ ਉਸ ਗੱਲ ਨੂੰ ਕਹਿ ਰਹੇ ਨੇ ਇਹ ਅੱਗ ਲਾਈ ਭਾਂਬਣ ਲਾਈ। ਇਹ ਮੈਂ ਕਿਹਾ ਸੀ ਦੁਬਾਰਾ ਬੁਝਣਾ ਨਹੀਂ। ਅੱਜ ਅਕਾਲੀ ਦਲ ਪਾਰਟੀ ਹੈ ਜਿਹੜੀ ਉਹ ਸਪਸ਼ਟ ਬਿਆਨ ਦੇਵੇ ਆਪਣਾ, ਅੱਗੇ ਜਿਹੜਾ ਕਿ ਦੇ ਨਹੀਂ ਰਹੀ। ਅੱਜ ਉਹ ਗੋਲ ਮੋਲ ਕਰ ਰਹੀ ਆ ਵੀ ਪ੍ਰੈਸ ਪੁੱਛ ਰਹੀ, ਅੱਗੇ ਪ੍ਰੈਸ ਨਹੀਂ ਪੁੱਛਦੀ ਹੁੰਦੀ। ਜਿਹੜੇ ਮੀਡੀਆ 'ਚ ਸਵਾਲ ਜਿਹੜੇ ਅੱਗੇ ਦਿੰਦੇ ਹੋ ਤੁਸੀਂ ਰੋਜ਼ ਪ੍ਰੈਸ ਕਾਨਫਰੰਸਾਂ ਕਰਕੇ, ਉਹ 'ਚ ਆਪ ਪ੍ਰੈਸ ਨੂੰ ਸੱਦ ਕੇ ਦਿੰਦੇ ਹੋ, ਪ੍ਰੈਸ ਆਪ ਤਾਂ ਆਉਂਦੀ ਨਹੀਂ ਤੁਹਾਡੇ ਕੋਲ। ਤੁਸੀਂ ਆਪ ਅੱਜ ਦੋਨੋਂ ਨੇ ਐਸਜੀਪੀਸੀ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਥਾਪੇ ਹੋਏ ਜਥੇਦਾਰ ਸਾਹਿਬ ਨੇ ਗੱਲ ਕੀਤੀ ਆ। ਇਹ ਜਵਾਬ ਬੀਬੀ ਹਰਸਿਮਰਤ ਕੌਰ ਨੂੰ, ਸੁਖਬੀਰ ਸਿੰਘ ਬਾਦਲ ਨੂੰ ਤੇ ਬੀਜੇਪੀ ਦੇ ਪ੍ਰਧਾਨ ਨੂੰ ਇਹ ਜਵਾਬ ਆ ਜਿਹੜੇ ਇਹ ਲੋਕਾਂ ਮੂਹਰੇ ਰੱਖਣੇ ਪੈਣਗੇ। ਪੰਜਾਬ ਸੂਬੇ ਅੰਦਰ ਲਾਕਡਾਊਨ 'ਚ ਢਿੱਲ ਮਿਲਦਿਆਂ ਹੀ ਸੜਕੀ ਆਵਾਜਾਈ ਦੀ ਗਤੀ ਇੱਕ ਵਾਰ ਫੇਰ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਦੇ ਨਾਲ ਹੀ ਦੁਰਘਟਨਾਵਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਗੁਮਟਾਲਾ ਬਾਈਪਾਸ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਗੱਡੀ ਅਤੇ ਰਿਕਸ਼ਾ ਚਾਲਕ ਦੇ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਦੁਰਘਟਨਾ ਵਿੱਚ ਮੇਜਰ ਸਿੰਘ ਨਾਮਕ ਰਿਕਸ਼ਾ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਰਿਕਸ਼ਾ ਚਾਲਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਕੋਰੋਨਾ ਮਹਾਮਾਰੀ ਕਾਰਨ ਦੇਸ਼ ਅੰਦਰ ਕੀਤੇ ਲਾਕਡਾਊਨ ਤੋਂ ਜਿਵੇਂ ਹੀ ਸਰਕਾਰ ਵੱਲੋਂ ਕੁਝ ਰਾਹਤ ਦਿੰਦਿਆਂ ਢਿੱਲ ਦਿੱਤੀ ਗਈ ਤਾਂ ਸੜਕਾਂ ਤੇ ਤੇਜ਼ ਗੱਡੀਆਂ ਇੱਕ ਵਾਰ ਫੇਰ ਦੌੜਨ ਲੱਗੀਆਂ। ਇਹਨਾਂ ਗੱਡੀਆਂ ਦੇ ਨਾਲ ਇੱਕ ਵਾਰ ਫੇਰ ਦੁਰਘਟਨਾਵਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਤਾਜ਼ਾ ਮਾਮਲਾ ਅੰਮ੍ਰਿਤਸਰ ਸਾਹਿਬ ਦੇ ਗੁਮਟਾਲਾ ਬਾਈਪਾਸ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਗੱਡੀ ਅਤੇ ਰਿਕਸ਼ਾ ਚਾਲਕ ਵਿੱਚ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਵਿੱਚ ਰਿਕਸ਼ਾ ਚਾਲਕ ਮੇਜਰ ਸਿੰਘ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹੁਣ ਮੇਜਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮੇਜਰ ਸਿੰਘ ਦੀ ਪਤਨੀ ਮਾਨੀ ਕੌਰ ਨੇ ਦੱਸਿਆ ਕਿ ਗੱਡੀ ਚਾਲਕ ਵੱਲੋਂ ਰਿਕਸ਼ੇ ਨੂੰ ਪਿੱਛੇ ਤੋਂ ਟੱਕਰ ਮਾਰੀ ਗਈ। ਉਹਨਾਂ ਦੱਸਿਆ ਕਿ ਪਰਿਵਾਰ ਵਿੱਚ ਸਿਰਫ ਮੇਜਰ ਸਿੰਘ ਹੀ ਕਮਾਉਣ ਵਾਲਾ ਸੀ। ਘਰੋਂ ਰਿਕਸ਼ਾ ਲੈ ਕੇ ਆਏ ਤੇ ਆਉਂਦੇ ਪਿੱਛੋਂ ਗੱਡੀ ਮਾਰ ਤੇ ਮਾਤਾ ਨੂੰ ਉਦੋਂ ਦੱਸਿਆ ਵਾ ਜਦੋਂ ਦਾਖਲ ਕਰਾਤਾ ਨਾ ਹਸਪੀਟਲ ਅਸੀਂ ਜਦੋਂ ਆਏ ਉਦੋਂ ਮੁੱਖ ਰਿਕਸ਼ਾ ਤੇ ਹੁਣ ਕੀ ਮੰਗ ਕਰਦੇ ਹੋ? ਮੈਂ ਇਨਸਾਫ ਮੰਗਦੀ ਹਾਂ। ਮੇਰੇ ਬੱਚੇ 4 ਗੁੱਡੀਆਂ ਮੇਰੀਆਂ, ਇੱਕ ਕਾਕਾ ਛੋਟਾ। ਮੈਨੂੰ ਇਨਸਾਫ ਚਾਹੀਦਾ ਵਾ। ਮੇਰਾ ਕਮਾਉਣ ਵਾਲਾ ਇਹੋ ਹੀ ਮੈਂ ਕਰਾਂ ਕੰਮ ਕਰਦੀ ਰਿਕਸ਼ਾ ਚਲਾਉਂਦੀ। ਇਧਰ ਦੂਜੇ ਪਾਸੇ ਜਦੋਂ ਜਾਂਚ ਅਧਿਕਾਰੀਆਂ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਏਸੀਪੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲਾ ਹੈ ਜੀ, ਕੱਲ ਇੱਕ ਐਕਸੀਡੈਂਟ ਹੋਇਆ ਸੀਗਾ ਕਾਰ ਤੇ ਰਿਕਸ਼ੇ ਦਾ। ਰਿਕਸ਼ੇ ਵਾਲਾ ਐਕਸੀਡੈਂਟ ਦੇ ਵਿੱਚ ਕਾਫੀ ਇੰਜਰਡ ਹੋਇਆ ਔਰ ਉਸ ਤੋਂ ਬਾਅਦ ਐਕਸਪਾਇਰ ਹੋ ਗਿਆ। ਉਸ ਤੋਂ ਬਾਅਦ FIR ਜਿਹੜੀ ਲੌਂਚ ਕੀਤੀ ਗਈ ਹੈ 304A IPC ਐਕਸੀਡੈਂਟ ਕੇਸ ਦੇ ਵਿੱਚ। 304A 'ਚ FIR ਲੌਂਚ ਹੈ, ਬਿਲਕੁਲ ਕਾਨੂੰਨ ਦੇ ਮੁਤਾਬਕ ਸਹੀ ਬਣਦੀ ਹੈ। ਉਸ ਤੋਂ ਬਾਅਦ ਜਿਹੜੀ ਇਹਦੀ ਅਗਲੀ ਫਰਦਰ ਕਾਰਵਾਈ ਹੈਗੀ ਉਹ ਕਰ ਰਹੇ ਹਾਂ ਅਸੀਂ, ਤੇ ਦੋਸ਼ੀ ਨੂੰ ਅਰੈਸਟ ਕਰਕੇ ਤੇ ਚਲਾਨ ਜਿਹੜਾ ਅਦਾਲਤ 'ਚ ਜਲਦੀ ਤੋਂ ਜਲਦੀ ਦਿੱਤਾ ਜਾਏਗਾ। ਧੰਨਵਾਦ। ਤੇ ਧਰਨਾ ਜਿਹੜਾ ਦਿੱਤਾ ਹੈ ਉਹ ਕਿਉਂ ਦਿੱਤਾ ਜੀ? ਧਰਨਾ ਕਿਸ ਕਰਕੇ? ਇਹ ਤੇ ਇਹਨਾਂ ਨੂੰ ਪਤਾ ਨਹੀਂ ਸੀ ਵੀ ਪਰਚਾ ਦਰਜ ਹੋਇਆ ਕਿ ਨਹੀਂ ਹੋਇਆ। ਪਰਚਾ ਦਰਜ ਹੈ ਆਲਰੇਡੀ। ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ। ਗ੍ਰਿਫਤਾਰੀ ਹਰ ਹਾਲਤ 'ਚ ਹੋਏਗੀ। ਜਦੋਂ ਕਰਨੀ ਅਸੀਂ ਅਰੈਸਟ ਤੇ ਪਾਉਣੀ, ਉਹਦੀ ਟੀਮ ਗਈ ਹੈ। ਜਦੋਂ ਵੀ ਦੋਸ਼ੀ ਸਾਨੂੰ ਮਿਲਦਾ ਨਾਲ ਹੀ ਅਰੈਸਟ ਕਰਨਾ। ਸਰ ਨਾਮ ਵੀ ਆਉਂਦਾ ਜੀ? ਹਾਂਜੀ, ਇਹਦੀ ਗੱਡੀ ਨਾਮ ਵੀ ਆਉਂਦਾ? ਉਹ ਦੋਸ਼ੀ ਦਾ ਨਾਂ ਜਿਹੜਾ ਉਹ ਇਸ ਵੇਲੇ ਦੱਸਣਾ ਸਾਨੂੰ ਵਾਜਬ ਨਹੀਂ ਸਮਝਦੇ ਕਿ ਸਾਡੀ ਕਾਰਵਾਈ ਉਹਦੇ ਵਿੱਚ। ਤੇ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਹੈ ਜੀ? ਇਹ ਧਰਨਾ ਦਿੱਤਾ ਪਿਆ ਸਾਰਾ। ਅਸੀਂ FIR ਦਰਜ ਕਰਕੇ ਰੇਡ ਕਰਾਉਣੀ ਸ਼ੁਰੂ ਕਰਦੇ ਆ। ਜਲਦੀ ਤੋਂ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅੱਗੇ ਕਾਰਵਾਈ। ਲਾਕਡਾਊਨ ਦੇ ਖੁੱਲਦਿਆਂ ਹੀ ਸੜਕਾਂ ਤੇ ਗੱਡੀਆਂ ਦੀ ਸਪੀਡ ਤੇਜ਼ ਹੁੰਦਿਆਂ ਹੀ ਦੁਰਘਟਨਾਵਾਂ ਦੀ ਸਪੀਡ ਵੀ ਵੱਧ ਗਈ ਹੈ। ਹੁਣ ਲੋੜ ਹੈ ਕਿ ਸੜਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਹਨਾਂ ਦੁਰਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।
ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਰੈਸੀਆਣਾ ਅੱਡੇ ਤੇ ਕਾਰ ਅਤੇ ਮੋਟਰਸਾਈਕਲ ਦੀ ਹੋਈ ਆਮੋ ਸਾਹਮਣੇ ਭਿਆਨਕ ਟੱਕਰ 'ਚ 25 ਸਾਲ ਗੁਰਜੰਟ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਰੈਸੀਆਣਾ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਸੜਕੀ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੈਥ ਅਸੀਂ ਗੁਰਦੁਆਰੇ ਸਾਹਿਬ ਮੱਥਾ ਟੇਕਣ ਗਏ ਹਾਂ, ਬਾਬੇ ਵੀਰ ਸਿੰਘ ਦੇ ਗੁਰਦੁਆਰੇ ਸਾਹਿਬ ਦੇ, ਉੱਥੋਂ ਵਾਪਸ ਆਉਣ ਡਏ ਆ। ਇਹ ਸਾਡੇ ਗਾੜੀ ਆਉਣ ਡਿਆ ਤੇ ਅਸੀਂ ਮਗਰ ਆਉਣ ਡਏ ਆ ਤੇ ਗਾੜੀਆਂ ਸਾਡੇ ਪਿੰਡ ਲਾਗੇ ਆਣ ਕੇ ਗਾੜੀਆਂ ਕਾਰ ਆਉਂਦੀ ਬਹੁਤ ਸਪੀਡ 'ਚ, ਅਸੀਂ ਵੀ ਮਗਰ ਵੇਖਣ ਡਏ। ਅਸੀਂ ਪਿਛਾਂਹ ਮੋਟਰਸਾਈਕਲ ਜਿਸ ਤਰ੍ਹਾਂ ਪਿਛਾਂਹ ਥੋੜ੍ਹੇ ਜੇ ਤੇ ਉਹ ਕਾਰ ਨੇ ਇੰਨੇ ਜ਼ੋਰ ਦੀ ਘੁਮਾ ਕੇ ਉਹ ਨਸ਼ੇ 'ਚ ਆਉਣ ਡਿਆ ਸੀ ਤੇ ਰੋਂਗ ਸਾਈਡ ਆਣ ਕੇ ਇਹਨੂੰ ਮਤਲਬ ਵੀ ਥਾਂ ਹੀ ਮਾਰ ਘੱਤਿਆ, ਚੋਕੇ ਛੱਪੜ 'ਚ ਲੈ ਗਿਆ। ਮਤਲਬ ਵੀ ਛੱਪੜ 'ਚ ਮੁੜ ਕੇ ਤਾਂ ਕਾਰ ਦੇ ਥੱਲਿਓਂ ਕੱਢਿਆ ਇਹਨੂੰ ਤੇ ਮਤਲਬ ਵੀ ਬਹੁਤ ਜ਼ਿਆਦਾ ਅਸੀਂ ਮਗਰ ਆਉਣ ਡਏ ਆ। ਵੇਖਿਆ ਤੇ ਇੰਨਾ ਜ਼ਿਆਦਾ ਮੁੜ ਕੇ ਨਾਲ ਚਲੋ ਅਸੀਂ ਇਲਾਕੇ ਨਾਲ ਹੋਰ ਇਲਾਕੇ ਤੇ ਸਾਰਿਆਂ ਨੇ ਥੱਲਿਓਂ ਕੱਢਿਆ ਤੇ ਉਹਨਾਂ 'ਚ ਉਹ ਥਾਂ ਹੀ ਮੌਤ ਹੋ ਗਈ ਜੀ ਇਹਦੀ। ਕਿੰਨੀ ਉਮਰ ਹੈ ਇਹਦੀ 25 ਸਾਲ ਦੀ ਉਮਰ ਆ। ਨਹੀਂ ਵਿਆਹ ਨਹੀਂ ਅਜੇ। ਜਿਹਨੇ ਇੱਕ ਨਹੀਂ ਉਹ ਉਦੋਂ ਤੇ ਭੱਜ ਗਿਆ, ਮੁੜ ਕੇ ਫੜ ਲਿਆ, ਪੁਲਿਸ ਨੇ ਫੜ ਲਿਆ ਵਾ। ਪੋਸਟਮਾਰਟਮ ਹੋ ਲਿਆ। ਬੱਚੇ ਦੀ ਡੈਥ ਹੋਈ ਸਾਡੇ ਅਸੀਂ ਮਗਰਲੇ ਬਨੇ 5-4 ਜਣੇ ਗੁਰਦੁਆਰਾ ਸਾਹਿਬ ਤੋਂ ਆਉਂਦੇ ਆ, ਨਰੰਗਾਬਾਦ ਬਾਬੇ ਵੀਰ ਸਿੰਘ ਗੁਰਦੁਆਰੇ ਤੋਂ। ਤੇ ਇਹ ਕਾਰ ਵਾਲਾ ਜਿਹੜਾ ਵਾ ਇਹ ਨਸ਼ੇ ਦੇ ਵਿੱਚ ਸੀ, ਬਹੁਤ ਜ਼ਿਆਦਾ ਤੇਜ਼ ਗੱਡੀ ਲਿਆ ਤੇ ਮੋਟਰਸਾਈਕਲ ਤੇ ਨੇ 3 ਮਾਰ ਦੇਣੇ ਸੀ। ਦੂਜੇ ਜਿਹੜੇ ਉਸ ਦਵਾ ਸਾਈਡ ਤੇ ਹੋ ਗਏ, ਇੱਕ ਮੋਟਰਸਾਈਕਲ ਦੀ ਚਪੇਟ 'ਚ ਆ ਗਿਆ। ਇਹ ਗੱਡੀ ਬਿਲਕੁਲ ਦੂਜੀ ਸਾਈਡ ਤੇ ਲਿਆ ਕੇ ਮੁੰਡੇ ਨੂੰ ਚੁੱਕ ਕੇ ਤੇ ਛੱਪੜ 'ਚ ਲੈ ਗਿਆ, ਨਾਲ ਹੀ ਕਾਰ ਤੇ ਕਾਰ ਉੱਥੇ ਪਲਟ ਗਈ ਆ। ਮੁੰਡਾ ਥੱਲੇ ਆ ਗਿਆ ਉਹਦੇ। ਮੁੜ ਕੇ ਸਾਰਿਆਂ ਬੰਦਿਆਂ ਨੇ ਹੋਰ 10-20 ਬੰਦੇ ਸੜਕ ਤੋਂ ਆ ਕੇ ਇਕੱਠੇ ਹੋ ਕੇ ਮੁੰਡੇ ਨੂੰ ਕੱਢਿਆ ਤੇ ਮੁੰਡਾ ਉੱਥੇ ਡੈੱਡ ਹੋ ਗਿਆ ਸੀ ਉਦੋਂ ਹੀ, ਉਸੇ ਵੇਲੇ ਹੀ। ਉਹਦਾ ਜਿਹੜਾ ਏਡੇ ਜ਼ੋਰ ਦੀ ਕਾਰ ਜਿਹੜੀ ਆ ਉਹ 120-30 ਦੀ ਸਪੀਡ ਤੇ ਆ ਰਹੀ ਸੀ, ਬਿਲਕੁਲ ਵਿਹਲੀ ਸੜਕ ਦੇ ਵਿੱਚ ਆਣ ਕੇ ਇਹਨੇ ਬੰਦਾ ਮਾਰ ਦਿੱਤਾ ਵਾ ਨਸ਼ੇ ਦੇ ਵਿੱਚ। ਇਹ ਪਹੁੰਚੇ ਜਿਹੜਾ ਜਿਹਨੇ ਗੱਡੀ 'ਚ ਹਾਂਜੀ ਦੱਸਦੇ ਆ ਉਹਦਾ ਕਾਰਡ ਫੌਜੀ ਆ। ਅਸੀਂ ਉਹਨੂੰ ਕੋਈ ਪੁੱਛਗਿੱਛ ਨਹੀਂ ਉਹਦੇ ਕੀਤੀ, ਉਹਦੇ ਪੁੱਛ ਕਰੂਗੀ ਜੀ। ਉਹਦੇ ਕੋਲ ਸ਼ਰਾਬ ਲੈਣ ਵਾਲਾ ਕਾਰਡ ਆ, ਹੋ ਸਕਦਾ ਸ਼ਰਾਬ ਲੈਣ ਚੱਲਿਆ ਹੋਵੇ। ਸਵਿਫਟ ਕਾਰ ਹੈ ਜਿਹੜੀ ਗੋਇੰਦਵਾਲ ਸਾਈਡ ਤੋਂ ਆ ਰਹੀ ਸੀ, ਉਹਨੂੰ ਮਨਦੀਪ ਸਿੰਘ ਸਨ ਬਲਜਿੰਦਰ ਸਿੰਘ ਚਲਾ ਰਿਹਾ ਸੀ ਤੇ ਇੱਕ ਮੋਟਰਸਾਈਕਲ ਜਿਹੜਾ ਵਾ ਤਰਨਤਾਰਨ ਸਾਈਡ ਤੋਂ ਗੁਰਜੰਟ ਸਿੰਘ ਸਨ ਕੁਲਵੰਤ ਸਿੰਘ ਚਲਾ ਰਿਹਾ ਸੀ, ਜੋ ਅਚਾਨਕ ਹੀ ਇੱਕ ਦੂਜੇ ਨਾਲ ਟਕਰਾਅ ਹੋਣ ਕਰਕੇ ਜਿਹੜਾ ਉਹਦਾ ਐਕਸੀਡੈਂਟ ਹੋਣ ਕਰਕੇ ਜਿਹੜੀ ਗੁਰਜੰਟ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਬਿਆਨ ਮੁਤਾਬਕ ਉਹਦਾ ਜਿਹੜਾ ਕੇਸ ਰਜਿਸਟਰ ਕਰਕੇ ਅਸੀਂ ਤਫਤੀਸ਼ ਜਿਹੜੀ ਅਮਲ ਵਿੱਚ ਲਿਆ ਰਹੇ ਹਾਂ। ਇਹਦੀ ਡੈੱਡ ਬੋਡੀ ਜਿਹੜੀ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਭੇਜਤੀ। ਜਿਹੜੀ ਡੈੱਡ ਬਾਕੀ ਵਿਆਹ ਸੀ, ਇੱਕ ਵਾਰਾ ਸੀ। ਇਹਦੀ 25 ਈਅਰ ਏਜ ਹੈਗੀ ਹੈ। ਚੰਡੀਗੜ੍ਹ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਬੀਤੇ ਦਿਨੀ ਸੈਕਟਰ 33 ਦੇ ਸ਼ਰਾਬ ਠੇਕੇਦਾਰ ਅਰਵਿੰਦ ਸਿੰਗਲਾ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲੇ ਇੱਕ ਵਿਅਕਤੀ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਮੁਲਜ਼ਮ ਦੀ ਪਹਿਚਾਣ ਲੁਧਿਆਣਾ ਦੇ ਕਰਨ ਸ਼ਰਮਾ ਵਜੋਂ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਨ ਨੇ ਇਸ ਵਾਰਦਾਤ ਨੂੰ ਅੰਜਾਮ ਗੈਂਗਸਟਰ ਦੀਪੂ ਦੇ ਕਹਿਣ ਤੇ ਦਿੱਤਾ ਹੈ। ਜਾਣਕਾਰੀ ਮੁਤਾਬਕ ਕਰਨ ਰਾਜਪੂਤ ਦੀ ਇੱਕ ਯੂਨੀਵਰਸਿਟੀ ਅੰਦਰ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਹੈ। ਪੰਜਾਬ ਸੂਬੇ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਲੁਧਿਆਣਾ ਅੰਦਰ 12 ਨਵੇਂ ਮਾਮਲੇ ਸਾਹਮਣੇ ਆਏ ਨੇ। ਇਹਨਾਂ ਵਿੱਚੋਂ 9 ਮਹਿਲਾਵਾਂ ਤੇ 2 ਆਦਮੀ ਸ਼ਾਮਲ ਨੇ। ਇਸ ਨਾਲ ਜ਼ਿਲ੍ਹੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ 232 ਹੋ ਗਈ ਹੈ। ਇਹਨਾਂ ਵਿੱਚੋਂ 155 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ, ਜਦੋਂ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਮਹਾਮਾਰੀ ਕਾਰਨ 9 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। This show is sponsored by Ashoka Tandoori Range. Enjoy the Indian taste. This show is sponsored by Ashoka Tandoori Range. Enjoy the Indian taste. ਪ੍ਰਸਿੱਧ ਪੰਜਾਬੀ ਗਾਇਕ ਕੇ ਦੀਪ ਦੀ ਸਿਹਤ ਨੂੰ ਲੈ ਕੇ ਇੱਕ ਖਬਰ ਨਸ਼ਰ ਕੀਤੀ ਗਈ ਸੀ, ਜਿਸ ਦਾ ਹੁਣ ਅਸਰ ਦਿਖਾਈ ਦੇਣ ਲੱਗ ਪਿਆ ਹੈ। ਬੀਤੀ ਕੱਲ ਪ੍ਰਸਿੱਧ ਪੰਜਾਬੀ ਗਾਇਕ ਅਤੇ ਸੰਸਦ ਮੈਂਬਰ ਹੰਸਰਾਜ ਹੰਸ ਬੀਤੀ ਕੱਲ ਪੰਜਾਬੀ ਗਾਇਕ ਕੇ ਦੀਪ ਦਾ ਹਾਲ ਜਾਣਨ ਲਈ ਉਹਨਾਂ ਦੇ ਘਰ ਪਹੁੰਚੇ। ਇਸ ਮੌਕੇ ਉਹਨਾਂ ਪਰਿਵਾਰ ਦੀ ਆਪਣੇ ਪੱਧਰ ਤੇ ਮਦਦ ਵੀ ਕੀਤੀ ਹੈ। ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਪ੍ਰਸਿੱਧ ਪੰਜਾਬੀ ਗਾਇਕ ਕੁਲਦੀਪ ਸਿੰਘ ਉਰਫ ਕੇ ਦੀਪ ਇਨੀ ਦਿਨੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਨੇ। 1969 ਚ ਪੰਜਾਬੀ ਗਾਇਕੀ ਅੰਦਰ ਆਪਣੇ ਗੀਤਾਂ ਨਾਲ ਪਹਿਚਾਣ ਬਣਾਉਣ ਵਾਲੇ ਕੇ ਦੀਪ ਨੇ ਪੰਜਾਬੀ ਗਾਇਕੀ ਨੂੰ ਅਨੇਕਾਂ ਹੀ ਮਕਬੂਲ ਗੀਤ ਦਿੱਤੇ। ਕੇ ਦੀਪ ਸਿਰਫ ਇੱਕ ਗਾਇਕ ਹੀ ਨਹੀਂ ਬਲਕਿ ਇੱਕ ਵਧੀਆ ਅਦਾਕਾਰ ਵੀ ਹਨ। ਹੁਣ ਸੂਫੀ ਗਾਇਕ ਹੰਸਰਾਜ ਹੰਸ ਉਹਨਾਂ ਦੀ ਸਿਹਤ ਦਾ ਹਾਲ ਚਾਲ ਜਾਣਨ ਲਈ ਉਹਨਾਂ ਦੇ ਘਰ ਪਹੁੰਚੇ। ਹੰਸਰਾਜ ਹੰਸ ਨੇ ਇਸ ਸਮੇਂ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਕੇਦੀਪ ਦੀ ਬੇਟੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਹੰਸਰਾਜ ਹੰਸ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਹੈ ਤੇ ਉਹ ਉਹਨਾਂ ਦਾ ਧੰਨਵਾਦ ਕਰਦੇ ਨੇ। ਮੈਂ ਬਹੁਤ ਧੰਨਵਾਦ ਹੈ ਔਰ ਮੈਨੂੰ ਇਹਨਾਂ ਨੇ ਆਨਰ ਕੀਤਾ, ਮੇਰੇ ਕੋਲ ਆ ਕੇ ਮੈਨੂੰ ਇਹਨਾਂ ਸਨਮਾਨ, ਡੈਡੀ ਨੂੰ ਇੰਨੇ ਡੈਡੀ ਦੇ ਲਫ਼ਜ਼, ਇੰਨੇ ਸੋਹਣੇ ਲਫ਼ਜ਼ ਬੋਲੇ ਡੈਡੀ ਲਈ। ਮੈਂ ਆਮ ਵੈਰੀ ਹੈਪੀ ਐਂਡ ਵੈਰੀ ਓਵਰਵੈਲਮਡ ਕਿ ਡੈਡੀ ਦੀ ਖਾਤਰ ਵਿੱਚ ਇਹ ਹਾਜ਼ਰ ਹੋਏ ਨੇ। ਮੇਰਾ ਸਨਮਾਨ ਉਹਨਾਂ ਨੇ ਵਧਾਤਾ, ਮੇਰੇ ਜਿਹੜੇ ਲਫ਼ਜ਼ ਕੀਤੇ ਹੋਏ, ਜਿਹੜੇ ਕਹੇ ਹੋਏ ਸੀ, ਸ਼ਿਕਾਇਤਾਂ ਜਿਹੜੀਆਂ ਮੇਰੇ ਸੀ, ਸਾਰੀ ਇਹਨਾਂ ਨੇ ਆ ਕੇ ਦੂਰ ਕਰਤੀਆਂ ਤੇ ਮੈਂ ਆਮ ਵੈਰੀ ਹੈਪੀ। ਹੰਸਰਾਜ ਹੰਸ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਕੇਦੀਪ ਦੇ ਪਰਿਵਾਰ ਨੂੰ 51,000 ਰੁਪਏ ਦੀ ਆਰਥਿਕ ਮਦਦ ਮੁਹੱਈਆ ਕਰਵਾ ਰਹੇ ਨੇ, ਜਦੋਂ ਕਿ ਸਰਬੱਤ ਦਾ ਭਲਾ ਟਰਸਟ ਵੱਲੋਂ ਉਹਨਾਂ ਨੂੰ ਹਰ ਮਹੀਨੇ 10,000 ਰੁਪਏ ਮੁਹੱਈਆ ਕਰਵਾਏ ਜਾਣਗੇ। ਜੇ ਤੁਸੀਂ ਕਿਸਾਨਾਂ ਦੀ, ਮਜ਼ਦੂਰਾਂ ਦੀ, ਇੰਡਸਟਰੀਲਿਸਟਾਂ ਦੀ ਹਰ ਬੰਦੇ ਲਈ ਪੈਕੇਜ ਬਣਾਇਆ ਤੇ ਕਲਾਕਾਰਾਂ ਲਈ ਵੀ ਖਾਸ ਪੈਕੇਜ ਬਣਾਓ। ਤੇ ਦਿੱਲੀੋਂ ਮੈਂ ਆਇਆ ਕਿਉਂਕਿ ਮੈਂ ਦਿੱਲੀ ਸੈਂਟਰ ਗਵਰਨਮੈਂਟ ਦਾ ਇੱਕ ਨੁਮਾਇੰਦਾ ਹਾਂ, ਉੱਥੇ ਜਾ ਕੇ ਵੀ ਮੈਂ ਬੇਨਤੀ ਕਰੂੰਗਾ। ਅੱਜ ਆਪਣੇ ਭਾਜੀ ਆ ਸਾਡੇ ਸਤਿਕਾਰਯੋਗ, 25-30 ਸਾਲ ਤੋਂ ਮੇਰੀ ਦੋਸਤੀ ਉਹਨਾਂ ਨਾਲ, ਸਰਬੱਤ ਦਾ ਭਲਾ ਟਰਸਟ, ਉਹ ਵੀ ਧਰਮੀ ਬੰਦਾ ਪੈਦਾ ਹੋਇਆ, ਜੀਂਦੇ ਜੀ ਅਮਰ ਹੋ ਜਾਣਾ, ਹੋ ਹੀ ਗਿਆ। ਸਰਦਾਰ SP ਉਬਰਾਏ ਸਾਹਿਬ, ਉਹਨਾਂ ਨੇ ਸਰਬੱਤ ਦਾ ਭਲਾ ਨਾਮ ਬੜਾ ਅੱਛਾ ਟਰਸਟ, ਉਹਨਾਂ ਵੱਲੋਂ 10,000 ਹਰ ਮਹੀਨੇ, ਇਹਨਾਂ ਲਈ ਕੁਛ ਵੀ ਨਹੀਂ ਗਾ ਇਸ ਲਾਇਕ, ਲੇਕਿਨ 10,000 ਹਰ ਮਹੀਨੇ ਆ ਜਾ ਕਰੇਗਾ। ਔਰ ਮੈਂ ਆਪਣੇ ਵੱਲੋਂ ਵੀ ਛੋਟਾ ਜਿਹਾ ਗਿਫਟ ਲੈ ਕੇ ਆਇਆ। ਮੈਂ ਕੁਛ ਨਹੀਂ ਦੇ ਸਕਦਾ, ਮੈਂ ਸਿਆਸਤਦਾਨ ਨਹੀਂ ਗਾ, ਮੈਂ ਫਕੀਰ ਹਾਂ ਔਰ ਇਹਨਾਂ ਨੂੰ ਮੰਨਣ ਵਾਲਾ ਹਾਂ। ਇਹ ਮੈਂ ਕੁਛ ਨਹੀਂ ਇਹਦੇ 'ਚ ਭਰਿਆ, ਜੋ ਮਰਜ਼ੀ ਭਰ ਲਿਓ, ਚੈੱਕ ਲਿਆਂਦਾ। ਤੁਸੀਂ ਆਏ ਮੇਰੇ, ਇਹ ਮੈਂ ਆਪਣੀ ਜੇਬ 'ਚੋਂ, ਮੈਂ ਇਹ ਗਵਰਨਮੈਂਟ ਦੇ ਫੰਡ 'ਚੋਂ ਨਹੀਂ ਮੈਂ ਦੇ ਸਕਦਾ, ਬਾਈ ਲਾਅ ਮੈਂ ਆਪਣੇ MP ਫੰਡ 'ਚੋਂ ਨਹੀਂ ਦੇ ਸਕਦਾ, ਮੇਰੀ ਪਰਸਨਲ ਉਹਨਾਂ ਨੂੰ ਅਕੀਦਤ ਆ, ਉਹਨਾਂ ਦਾ ਸੀਨੀਅਰ ਕਲਾਕਾਰਾਂ ਦਾ ਅਸੀਂ ਦਿੱਤਾ ਖਾਂਦੇ ਹਾਂ। ਇਹ ਸਾਰੇ ਆਰਟਿਸਟਾਂ ਨੂੰ, ਮੈਨੂੰ ਵੀ ਕਿ ਸੋਹਰਾਂ ਨੂੰ ਵੀ ਕਰਨਾ ਚਾਹੀਦਾ ਕਿ ਪੈੜਾਂ ਤੇ ਪੂਰਨੇ ਸੀਨੀਅਰ ਆਰਟਿਸਟ ਪਾ ਜਾਂਦੇ, ਉਹਨਾਂ ਪੈੜਾਂ ਤੇ ਅਸੀਂ ਚੱਲ ਕੇ ਕਰਦੇ ਹਾਂ। ਕਿਸੇ ਵੀ ਨਾਮਵਰ ਆਰਟਿਸਟ, ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਗਾ ਗਾ ਕੇ ਮੈਂ ਸਿੰਗਰ ਹੋ ਗਿਆ, ਇਹਨਾਂ ਨੂੰ ਸੁਣ ਕੇ। ਸਾਡਾ ਸਾਰਿਆਂ ਦਾ, ਕਲਾਕਾਰਾਂ ਦਾ ਵੀ ਫਰਜ਼ ਹੈ। ਔਰ ਸਰਕਾਰਾਂ ਨੂੰ ਮੈਂ ਬੇਨਤੀ ਕਰ ਹੀ ਦਿੱਤੀ ਹੈ, ਅਗਰ ਕੈਪਟਨ ਸਾਹਿਬ ਤਾਈਂ ਤੁਸੀਂ ਖਬਰ ਪਹੁੰਚਾ ਦਿਓ ਮੀਡੀਆ, ਤੇ ਕੈਪਟਨ ਸਾਹਿਬ ਐਡੀ ਪੋਜ਼ਿਟਿਵ ਹਸਤੀ ਆ, ਐਡੇ ਕਲਾਕਾਰ ਨਵਾਜ਼ ਆ ਕਿ ਉਹ ਵੈਸੇ ਫਨਕਾਰਾਂ ਨੂੰ ਬੜਾ ਪਿਆਰ ਕਰਦੇ। ਕਲਾਕਾਰ ਲੋਕਾਂ ਦਾ ਸਰਮਾਇਆ ਹੁੰਦਾ ਹੈ, ਜਿਹੜਾ ਲੋਕਾਂ ਦਾ ਮਨੋਰੰਜਨ ਕਰਦਾ ਹੈ। ਅੱਜ ਕਈ ਪੁਰਾਣੇ ਗਾਇਕ ਗੁੰਮਨਾਮੀ ਦੀ ਜ਼ਿੰਦਗੀ ਜਿਉ ਰਹੇ ਨੇ, ਜਿਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਗਾਇਕਾਂ ਨੂੰ ਅੱਗੇ ਲੈ ਕੇ ਆਵੇ ਅਤੇ ਇਹਨਾਂ ਦੀ ਹੌਸਲਾ ਅਫਜ਼ਾਈ ਕਰੇ। ਬਿਊਰੋ ਰਿਪੋਰਟ। ਦੇਸ਼ ਦੁਨੀਆ ਅੰਦਰ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸੇ ਦੌਰਾਨ ਹੁਣ ਗਾਇਕ ਕੇਦੀਪ ਦੀ ਸਿਹਤ ਦਾ ਹਾਲ ਜਾਣਨ ਪਹੁੰਚੇ ਸੰਸਦ ਮੈਂਬਰ ਹੰਸਰਾਜ ਹੰਸ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਹੰਸਰਾਜ ਹੰਸ ਦਾ ਕਹਿਣਾ ਹੈ ਕਿ ਜੇਕਰ ਅੱਜ ਇਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਹੁੰਦੇ ਤਾਂ ਹਾਲਾਤ ਅਮਰੀਕਾ, ਸਪੇਨ ਅਤੇ ਇਟਲੀ ਜਿਹੇ ਹੋਣੇ ਸਨ। ਉਹਨਾਂ PM ਮੋਦੀ ਦੀ ਸ਼ਲਾਘਾ ਵੀ ਕੀਤੀ ਹੈ। ਮੈਂ ਅਰਜ਼ ਕਰਾਂ ਇੰਪਾਰਸ਼ਲ ਹੋ ਕੇ, ਇਹ ਨਹੀਂ ਕਿ ਮੈਂ BJP ਦਾ ਫਰਦ ਹਾਂ, ਮੈਂ ਸਾਰੀਆਂ ਪਾਰਟੀਆਂ ਨੂੰ ਜਾਣਦਾ, ਸਾਰੀਆਂ 'ਚ ਹੀ ਰਿਹਾ ਤੇ ਮੈਨੂੰ ਮਾਲਕ ਨੇ ਸਾਰਾ ਕੁਝ ਦਿਖਾਇਆ, ਸਾਰੇ ਬੰਦੇ ਕਿੱਦਾਂ ਦੇ। ਜੇ ਮੋਦੀ ਸਾਹਿਬ ਨਾ ਹੁੰਦੇ ਇਸ ਟਾਈਮ ਪ੍ਰਧਾਨ ਮੰਤਰੀ, ਕਰੋਨਾ ਜਿੱਦਾਂ ਆਇਆ, ਤੇ ਉਹੀ ਹਾਲ ਹੋਣਾ ਸੀ ਜੋ ਇਟਲੀ, ਸਪੇਨ ਔਰ ਅਮਰੀਕਾ ਦਾ ਹੋਇਆ। ਕੋਈ ਪ੍ਰਧਾਨ ਮੰਤਰੀ ਦੇਖਿਆ ਜਿਹੜਾ ਨਰਸਿਸ ਨਾਲ ਵੀ ਗੱਲਾਂ ਕਰੇ, ਪੁਲਿਸ ਨਾਲ ਵੀ ਗੱਲਾਂ ਕਰੇ, ਸਾਰੇ ਚੀਫ ਮਿਨਿਸਟਰਾਂ ਨਾਲ ਗੱਲਾਂ ਕਰੇ, ਸਰਕਾਰ ਕਿਸੇ ਪਾਰਟੀ ਦੀ ਹੋਵੇ, ਹੱਥ ਜੋੜਦਾ ਕਦੀ ਦੇਖਿਆ? ਉਹਨੇ ਕਿਹਾ ਲੋਗੋ ਮੈਂ ਪ੍ਰਧਾਨ ਮੰਤਰੀ ਨਹੀਂ, ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਆ, ਕੁੰਡੇ ਲਾ ਲਓ, ਅੰਦਰ ਵੜ ਜਾਓ। ਹੁਣ ਜਦੋਂ ਬਿਲਕੁਲ ਹੀ ਲੋਕੀ ਤੰਗ ਕਰਨ ਲੱਗ ਪਏ ਸੀ, ਜੇ ਢਿੱਲ ਵੀ ਦਿੱਤੀ, ਤੁਹਾਨੂੰ ਰੈਸਲ ਹੋ ਗਈ ਘਰ ਰਹਿਣ ਦੀ, ਥੋੜ੍ਹਾ ਜਿਹਾ ਘਰ ਹੀ ਰਹੋ, ਜ਼ਰੂਰੀ ਕੰਮ ਹੈ ਤਾਂ ਬਾਹਰ ਜਾਓ, ਜਦੋਂ ਜਾਣਾ ਸੋਸ਼ਲ ਡਿਸਟੈਂਸ ਰੱਖ ਕੇ ਜਾਓ। ਮੇਰੀ ਫਿਰ ਬੇਨਤੀ ਹੈ ਕਿ ਸੋਸ਼ਲ ਡਿਸਟੈਂਸ ਜ਼ਰੂਰੀ ਹੈ। ਮੋਦੀ ਸਾਹਿਬ ਦਾ ਆਪਾਂ ਦੇਣਾ ਨਹੀਂ ਦੇ ਸਕਦੇ। ਜੇ ਕੋਈ ਮੋਦੀ ਸਾਹਿਬ ਦੀ ਜਗ੍ਹਾ ਹੋਰ ਹੁੰਦਾ ਤੇ ਤੁਹਾਨੂੰ ਹੋਰ ਮੁਬਾਰਕਬਾਦ ਦੇਈਏ, ਸਾਰਾ ਮੀਡੀਆ ਇਹ ਪਹੁੰਚਾਵੇ ਗੱਲ ਕਿ ਸਾਰੇ ਭਾਰਤ 130 ਕਰੋੜ ਲੋਕਾਂ ਨੂੰ ਮੁਬਾਰਕ ਹੋਵੇ ਕਿ WHO ਹੁਣ ਹਿੰਦੁਸਤਾਨ ਕੋਲ ਆ ਗਿਆ। ਜਦੋਂ ਦਾ ਮੁਲਕ ਆਜ਼ਾਦ ਹੋਇਆ ਪਹਿਲੀ ਵਾਰੀ ਕੌਣ ਬਣ ਗਿਆ? ਡਾਕਟਰ ਹਰਸ਼ਵਰਧਨ, ਜਿਹਦੇ ਸਾਡੇ ਕੁਲੀਗ ਆ, ਅਸੀਂ ਰੋਜ਼ ਮਿਲਦੇ ਉਹਨਾਂ ਨੂੰ। ਤੇ ਮੈਂ ਇੱਕ ਦਿਨ ਮੀਟਿੰਗ 'ਚ ਐਵੇਂ ਹੀ ਕਹਿਤਾ, ਮੈਂ ਕਿਹਾ ਜੀ ਚਲੋ ਨਿੰਦਿਆ ਬਾਕੀ ਲੀਡਰਾਂ ਦੀ ਉਦੋਂ ਕਰ ਲਾਂਗੇ ਜਦੋਂ ਇਲੈਕਸ਼ਨ ਹੋਇਆ। ਆ ਕਰੋਨਾ 'ਚ ਤੁਸੀਂ ਨੰਬਰ 1 ਬਣ ਕੇ ਉੱਭਰੇ ਆ,
ਮੋਦੀ ਸਾਹਿਬ ਦਾ ਭਲਾ ਹੋਵੇ। ਜਿਵੇਂ ਮੇਰਾ ਸਟਾਈਲ ਹੈ, ਮੈਂ ਕਿਹਾ ਡਾਕਟਰ ਹਰਸ਼ਵਰਧਨ ਜੀ ਤੁਸੀਂ ਤਾਂ ਫਰਿਸ਼ਤੇ ਬਣ ਗਏ ਜੀ। ਉਹ ਤੀਜੇ ਦਿਨ ਉਹ ਆਪਣਾ WHO ਦੇ ਬਣ ਗਿਆ। ਉਹ ਕਹਿੰਦੇ ਬੱਲੇ ਸਾਈਂ ਲੋਕਾਂ। ਅੰਮ੍ਰਿਤਸਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਉੱਥੋਂ ਦੇ ਰਹਿਣ ਵਾਲੇ ਵਿੱਕੀ ਦੇ ਘਰ ਵਿੱਚ ਅੱਗ ਲੱਗ ਗਈ। ਜਦੋਂ ਲੋਕਾਂ ਨੂੰ ਘਟਨਾ ਦਾ ਪਤਾ ਲੱਗਿਆ ਉਦੋਂ ਤੱਕ ਵਿੱਕੀ ਅੱਗ ਵਿੱਚ ਝੁਲਸ ਕੇ ਮਰ ਗਿਆ ਸੀ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਸ਼ੱਕ ਹੋਇਆ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦੇ ਦਿਮਾਗ 'ਚ ਗੁੱਸਾ ਅੱਜਕੱਲ ਆਮ ਹੀ ਭਰਿਆ ਰਹਿੰਦਾ ਹੈ, ਜਿਸ ਕਾਰਨ ਉਹ ਆਪਣੇ ਸੋਚਣ ਸਮਝਣ ਦੀ ਯੋਗਤਾ ਨੂੰ ਭੁੱਲ ਬੈਠਦੇ ਨੇ, ਜਿਸ ਦੇ ਚੱਲਦੇ ਵਿਅਕਤੀ ਕਿਸੇ ਵੀ ਹੱਦ ਤੱਕ ਚਲਿਆ ਜਾਂਦਾ ਹੈ ਅਤੇ ਕਤਲ ਤੱਕ ਕਰ ਦਿੰਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ। ਜੀ ਹਾਂ, ਅੰਮ੍ਰਿਤਸਰ ਦੇ ਕਿਸ਼ਨਕੋਟ ਦੇ ਨੀਵੀਂ ਆਬਾਦੀ ਦੀ ਗਲੀ ਨੰਬਰ 5 ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਕੁਝ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ। ਵਿੱਕੀ ਨਾਮ ਦਾ ਨੌਜਵਾਨ ਜੋ ਕਿ ਸਰੀਰਕ ਤੌਰ ਤੇ ਅਪਾਹਿਜ ਸੀ ਅਤੇ ਉਸ ਦੀ ਉਮਰ 22 ਤੋਂ 23 ਸਾਲ ਸੀ। ਦੱਸ ਦਈਏ ਕਿ ਕੁਝ ਨੌਜਵਾਨਾਂ ਨੇ ਉਸ ਦਾ ਕਤਲ ਕਰ ਉਸ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਵਿੱਕੀ ਦੇ ਪਰਿਵਾਰ ਵਾਲਿਆਂ ਦੇ ਮੁਤਾਬਕ ਵਿੱਕੀ ਘਰ ਵਿੱਚ ਇਕੱਲਾ ਰਹਿੰਦਾ ਸੀ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ ਨੌਜਵਾਨਾਂ ਨੇ ਘਰ ਨੂੰ ਅੱਗ ਲਗਾ ਦਿੱਤੀ। ਮੇਰੇ ਭਰਾ ਨੇ ਕਿਸੇ ਨੇ ਮਾਰਤਾ ਵਾ, ਕਿਸੇ ਨੇ ਅੰਦਰ ਪਹਿਲਾਂ ਉਹਨਾਂ ਸ਼ਰਾਬ ਪੀਤੀ ਹੈ, शराब पी के मुड़ के इन्हें मार कुटाई की और को पैसे खिंचे और को मोबाइल ही वड्डा मोबाइल का पता नहीं लै गए खो के की किया वा मुड़ के मारिया वा खून के ठब्बे पैरों से लगे एक इंज पब चुक के तुरदा एक पैर थले लगता एक पब ना तुरदा वा वो पब के निशान वो पैर मतलब बाहर आने लगा उन्होंने धू के पिछले कमरे च खड़िया वा पिछले कमरे च खड़ के फिर उन्होंने अग लाती है उन्होंने अपना सबूत मिटाता वा कि साडा सबूत ना निकले भी असीं अपने लोग खत्म करता काम इन्ना नहीं पता भी जेड़े मगर बैठे ने वो लभणगे नहीं वो तो पताल जो बंदा लभ लेंदे ने तुसीं की चीज हो तुसीं मंग करदे सरकार को मैं मंग करने हाल इंसाफ चाहिदा वा मैनूं इंसाफ चाहिदा मेरा अंगहीन भरा मर गया वा मेरा अंगहीन है ਇਹ ਹੋਇਆ ਜੀ ਪਤਾ ਨਹੀਂ ਮੈਂ ਤੇ ਘਰ ਹਾਂ ਦੋਨੇ ਮੀਆਂ ਬੀਬੀ ਸਾਨੂੰ ਫੋਨ ਆਇਆ ਹੁਣੇ ਥੋੜੀ ਦੇਰ ਹੋਈ ਪਹਿਲਾਂ ਵੀ ਇਸ ਤਰ੍ਹਾਂ ਤੁਹਾਡੇ ਘਰ ਅੱਗ ਲੱਗ ਗਈ ਤੁਹਾਡੇ ਸਾਲੇ ਦੇ ਘਰ ਤਾਂ ਅਸੀਂ ਤਾਂ ਆਖਿਆ ਵੈਸੇ ਲੱਗ ਗਈ ਹੋਣੀ ਮਾੜੀ ਮੋਟੀ ਸਾਨੂੰ ਨਹੀਂ ਪਤਾ ਵੀ ਇਹ ਗੱਲ ਅਸੀਂ ਉਹ ਗੱਲ ਸੁਣ ਕੇ ਆਏ ਤੇ ਇੱਥੇ ਆਣ ਕੇ ਵੇਖਿਆ ਤੇ ਕਹਿੰਦੇ ਇੱਥੇ ਦੇ ਬੰਦੇ ਮਾਰ ਕੇ ਚਲ ਗਏ ਮੁੰਡੇ ਤੁਹਾਡੇ ਨੂੰ ਮਾਰ ਕੇ ਤੇ ਅੱਗ ਲੱਗ ਚਲ ਗਏ ਹੋਰ ਸਾਨੂੰ ਇੱਕ ਗੱਲ ਅਸੀਂ ਵਾਦੀ ਹੋਏ ਸਾਨੂੰ ਬਾਕੀ ਗੱਲ ਦਾ ਨਹੀਂ ਪਤਾ ਬਾਕੀ ਉਹ ਤਾਂ ਹੁਣ ਇੱਥੋਂ ਪਤਾ ਲੱਗੇਗਾ ਕਿ ਕੀ ਹੋਇਆ ਗਲੀ ਮਹੱਲੇ ਵਾਲਿਆਂ ਨੂੰ ਪਤਾ ਹੋਣਾ ਕਿੱਦਾਂ ਆਇਆ ਕਿੱਦਾਂ ਨਹੀਂ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਮੁਤਾਬਕ ਇਹ ਕਤਲ ਕੀਤਾ ਗਿਆ ਹੈ। ਪਲੈਨਿੰਗ ਦੇ ਨਾਲ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ। ਇੱਥੇ ਆ ਇਸਲਾਮਾਬਾਦ ਥਾਣੇ ਦੀ ਕਿਸ਼ਨਕੋਟ ਆ ਰਮੇਸ਼ ਕੁਮਾਰ ਹੀ ਨਾਂ ਦਾ ਲੜਕਾ ਉਮਰ ਇਹਦੀ 33 ਸਾਲ ਸੀ ਤੇ ਇਹਦੇ ਬਾਪ ਦਾ ਨਾਂ ਸੀ ਨੈਤ ਕੁਮਾਰ ਇਹ ਦਿਨੇ ਇੱਥੇ ਇਹਦਾ ਮਰਡਰ ਹੋਇਆ ਉਹਦੇ ਸੰਬੰਧ 'ਚ ਆਏ ਤਫਤੀਸ਼ ਕਰਦੇ ਹਾਂ ਵੈਰੀਫਾਈ ਕਰਦੇ ਹਾਂ ਕੀ ਹੋਇਆ ਵੈਰੀਫਾਈ ਕਰ ਰਹੇ ਹਾਂ ਦਿਨ ਦਾ ਵਾਕਿਆ ਵਾ ਤੇ ਕਿਹੜੇ ਨਾਲ ਸੀ ਇਹਦੇ ਕਿਹੜੇ ਬੰਦੇ ਆਏ ਸੀ ਇਹਦੇ ਕੋਲ ਕਿਹੜੇ ਗਏ ਨੇ ਉਹ ਟਰੇਸ ਕਰ ਜਲਦੀ ਕਰ ਰੰਜਿਸ਼ ਕਾਰਨ ਇੱਕ ਦੂਜੇ ਦਾ ਕਤਲ ਕਰਨਾ ਲੋਕਾਂ ਲਈ ਆਮ ਗੱਲ ਬਣਦੀ ਜਾ ਰਹੀ ਹੈ ਪਰ ਲੋਕ ਬੇਡਰ ਹੋ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਗੁੱਥੀ ਨੂੰ ਕਿੱਦਾਂ ਤੇ ਕਿਵੇਂ ਸੁਲਝਾਉਂਦੀ ਹੈ। ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ। ਨਕੋਦਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਮੈਡੀਕਲ ਸਟੋਰ ਮਾਲਕ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੈਡੀਕਲ ਸਟੋਰ ਦੇ ਮਾਲਕ ਪੰਕਜ ਕੁਮਾਰ ਨੇ ਇੱਕ ਸੁਸਾਈਡ ਨੋਟ ਵੀ ਲਿਖਿਆ ਅਤੇ ਉਹਨੇ ਆਪਣੀ ਜੇਬ ਵਿੱਚ ਪਾਇਆ ਹੋਇਆ ਸੀ ਜੋ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਕਜ ਕੁਮਾਰ ਨੇ ਫਾਂਸੀ ਲੈਣ ਦਾ ਕਾਰਨ ਆਪਣੇ ਢਿੱਡ ਦੀ ਬਿਮਾਰੀ ਨੂੰ ਦੱਸਿਆ। ਇਹ ਤਕਰੀਬਨ 4 ਤੋਂ 5 ਵਜੇ ਦੀ ਗੱਲ ਹੈ। ਸਾਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਰੇਲਵੇ ਰੋਡ ਦੇ ਉੱਤੇ ਕਿਸੇ ਨੇ ਸੁਸਾਈਡ ਕਮਿਟ ਕੀਤਾ ਹੈ ਜੋ ਮੌਕੇ ਤੇ ਮੈਂ ਆਪ ਗਿਆ ਸੀਗਾ ਨਾਲ ਸਾਡੇ ਡਿਊਟੀ ਅਫਸਰ ਗਏ ਸੀਗੇ ਟੀਮ ਗਈ ਸੀਗੀ ਉੱਥੇ ਪੰਕਜ ਕੁਮਾਰ ਜੀ ਨੇ ਸਨ ਆਫ ਲਾਹੌਰੀ ਰਾਮ ਜਿਨ੍ਹਾਂ ਦੀ ਕਿ ਵੀ ਨੈਸ਼ਨਲ ਮੈਡੀਕਲ ਸਟੋਰ ਨਾਮ ਤੇ ਇੱਕ ਸ਼ਾਪ ਹੈ ਕਾਫੀ ਵੱਡਾ ਸ਼ਾਪ ਹੈ ਇਹਨਾਂ ਦਾ ਮੈਡੀਕਲ ਸਟੋਰ ਹੈ ਤੇ ਉਹਦੇ ਵਿੱਚ ਜੋ ਇੱਕ ਪਿੱਛੇ ਰੈਸਟ ਰੂਮ ਬਣਿਆ ਹੋਇਆ ਉਹਦੇ ਵਿੱਚ ਇਹਨਾਂ ਨੇ ਪੰਖੇ ਨਾਲ ਲਟਕ ਕੇ ਫਾਇਰ ਲੈ ਲਿਆ ਤੇ ਅਸੀਂ ਮੌਕੇ ਤੇ ਜਾ ਕੇ ਜੋ ਪੁਲਿਸ ਦੀ ਕਾਰਵਾਈ ਬਣਦੀ ਹੈ ਅਸੀਂ ਬੋਡੀ ਆਪਣੇ ਕਬਜ਼ੇ 'ਚ ਲਈ ਹੈ ਤੇ ਉਹਦੇ ਜਦੋਂ ਬੋਡੀ ਕਵਰੇਜ ਲਈ ਹੈ ਇਹਨਾਂ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ ਜੋ ਇਹਨਾਂ ਦੇ ਜੇਬ ਦੇ ਵਿੱਚ ਇੱਕ ਚਿੱਟ ਨਿਕਲੀ ਹੈ ਉਹਦੇ ਵਿੱਚ ਜੋ ਇਹਨਾਂ ਦੇ ਲਿਖਿਆ ਕਿ ਵੀ ਇਹਨਾਂ ਦੀ ਜੋ ਪ੍ਰੋਬਲਮ ਸੀਗੀ ਉਹ ਇਹ ਕਾਫੀ ਦੇਰ ਤੋਂ ਇਹਨਾਂ ਦੀ ਨਾ ਇੱਕ ਬਿਮਾਰੀ ਦੇ ਕਰਕੇ ਪਰੇਸ਼ਾਨ ਬਹੁਤ ਸੀਗੇ ਇਹਨਾਂ ਨੂੰ ਪੇਟ ਦੀ ਕਾਫੀ ਤਕਲੀਫ ਸੀਗੀ ਜੋ ਪਿਛਲੇ 5-6 ਸਾਲਾਂ ਤੋਂ ਇਲਾਜ ਕਰਵਾ ਰਹੇ ਸੀ ਇਹਨਾਂ ਨੇ ਜਲੰਧਰ ਵੀ ਕਾਫੀ ਇਲਾਜ ਕਰਾਇਆ ਪਰ ਇਹ ਕੋਈ ਇਹਨਾਂ ਨੂੰ ਰਿਲੀਫ ਨਹੀਂ ਮਿਲਿਆ ਉਹ ਤੋਂ ਪਰੇਸ਼ਾਨ ਹੋ ਕੇ ਉਸ ਬਿਮਾਰੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਇਹਨਾਂ ਨੇ ਕਦਮ ਉਠਾਇਆ
ਤੇ ਸਰ ਇਹਨਾਂ ਦੀ ਫੈਮਿਲੀ 'ਚ ਕੌਣ-ਕੌਣ? ਫੈਮਿਲੀ 'ਚ ਇਹਨਾਂ ਦਾ ਇੱਕ ਬੇਟਾ ਹੈ, ਇੱਕ ਬੇਟੀ ਹੈ ਤੇ ਬੇਟੀ ਇਹਨਾਂ ਦੀ +2 ਪੜ੍ਹਦੇ ਨੇ, ਬੱਚੇ ਵੱਡੇ ਨੇ ਤੇ ਇਹਨਾਂ ਦੇ ਫਾਦਰ ਸਾਹਿਬ ਵੀ ਸ਼ੌਪ ਤੇ ਨੇ। ਇਹਨਾਂ ਦੀ ਵਾਈਫ ਸ਼ੌਪ ਤੇ ਹੀ ਸੀਗੇ। ਉਸ ਤੋਂ 3:30-4 ਵਜੇ ਉਹਨੇ ਬੋਲਿਆ ਕਿ ਮੈਂ ਚਾਹ ਪੀਣੀ ਹੈ, ਉਹ ਗਏ ਨੇ। ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਕੀਤਾ ਹੈ ਜਦੋਂ ਉਹਨੇ ਆ ਕੇ ਦੇਖਿਆ। ਤੇ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਕਾਰਵਾਈ ਹੁਣ ਅਸੀਂ ਹਜੇ ਤਾਂ ਬੋਡੀ ਕਬਜ਼ੇ 'ਚ ਲਈ ਹੈ ਤੇ ਫਿਰ ਵੀ ਅਸੀਂ ਇੱਕ ਵਾਰ ਵੈਰੀਫਾਈ ਕਰਾਂਗੇ ਪ੍ਰੋਪਰ, ਕੋਈ ਹੋਰ ਗੱਲਬਾਤ ਕੋਈ ਸਾਹਮਣੇ ਨਾ ਆਏ। ਲੇਕਿਨ ਪ੍ਰਾਈਮਾ ਫੇਸਾ ਤਾਂ ਇਹ ਲੱਗ ਰਿਹਾ ਕਿਉਂਕਿ ਸੁਸਾਈਡ ਨੋਟ ਵੀ ਮਿਲਿਆ ਕਿ ਮੈਂ ਇਹ ਬਿਮਾਰੀ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ। ਫਿਰ ਵੀ ਅਗਰ ਕੋਈ ਗੱਲਬਾਤ ਹੋਈ ਤਾਂ ਪ੍ਰੋਪਰਲੀ ਚੈੱਕ ਕਰਾਂਗੇ। ਅੰਮ੍ਰਿਤਸਰ ਦੇ ਛੇਹਟਾ ਵਿੱਚ ਦੇਰ ਰਾਤ ਚੋਰਾਂ ਨੇ ਇੱਕ ਏਟੀਐਮ 'ਚ ਸੰਨ ਲਗਾ ਕੇ ਏਟੀਐਮ ਵਿੱਚ ਪਿਆ 1.5 ਲੱਖ ਰੁਪਇਆ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਤਾਂ ਸ਼ੁਰੂ ਕਰ ਦਿੱਤੀ ਹੈ। ਕੀ ਸੀ ਪੂਰਾ ਮਾਮਲਾ, ਵੇਖਦੇ ਇਸ ਖਾਸ ਰਿਪੋਰਟ ਦੇ ਵਿੱਚ। ਸੂਬੇ ਅੰਦਰ ਲਾਕਡਾਊਨ ਵਿੱਚ ਮਿਲੀ ਢਿੱਲ ਚੋਰਾਂ ਲਈ ਮਦਦਗਾਰ ਸਾਬਤ ਹੋ ਰਹੀ ਹੈ ਅਤੇ ਦਿਨ ਬ ਦਿਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਵਿੱਚ ਸਾਹਮਣੇ ਆਇਆ ਹੈ, ਜਿੱਥੇ ਛੇਹਟਾ ਵਿੱਚ ਚੋਰਾਂ ਨੇ ਇੱਕ ਏਟੀਐਮ ਵਿੱਚ ਸੰਨ ਲਗਾਈ ਅਤੇ ਏਟੀਐਮ ਨੂੰ ਹੀ ਲੁੱਟ ਕੇ ਲੈ ਗਏ। ਜੀ ਹਾਂ, ਚੋਰ ਏਟੀਐਮ ਚੋਂ 1.5 ਲੱਖ ਰੁਪਇਆ ਲੈ ਕੇ ਫਰਾਰ ਹੋ ਗਏ। ਸਵੇਰੇ ਜਦੋਂ ਪੁਲਿਸ ਨੂੰ ਪਤਾ ਚੱਲਿਆ ਤਾਂ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਿਲਕੁਲ ਸਾਨੂੰ ਪਤਾ ਲੱਗਿਆ ਜਦੋਂ ਸਵੇਰੇ ਉਹ ਜਿਨ੍ਹਾਂ ਦੇ ਕੋਲ ਚਾਬੀਆਂ ਸੀਗੀਆਂ, ਉਹ ਚਾਬੀਆਂ ਜਦੋਂ ਲਈਆਂ ਉਦੋਂ ਪਤਾ ਲੱਗਿਆ ਕਿ ਏਟੀਐਮ ਜਿਹੜਾ ਲੁੱਟਿਆ, ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਤੋੜ ਕੇ ਜਿਹੜਾ ਬਕਸਾ ਹੁੰਦਾ ਏਟੀਐਮ ਸੇਮ ਰਹਿ ਗਿਆ ਉੱਥੇ, ਏਟੀਐਮ ਨੂੰ ਕੁਛ ਨਹੀਂ ਹੋਇਆ। ਜਿਹੜਾ ਥੱਲੇ ਬਕਸਾ ਹੁੰਦਾ ਜਿਹਦੇ ਵਿੱਚ ਪੈਸੇ ਪੈਂਦੇ ਆ ਉਹ ਬਕਸਾ ਲੈ ਗਏ। ਕਿੰਨਾ ਕੈਸ਼ ਜੇ 1.5 ਲੱਖ ਦੇ ਹੈਗਾ ਆ, ਪਰ ਉਹਨਾਂ ਦਾ ਪੂਰਾ ਅਮਾਊਂਟ ਨਹੀਂ। ਕੱਲ੍ਹ ਕਹਿੰਦੇ ਅਸੀਂ ਜ਼ਿਆਦਾ ਪੈਸੇ ਪਾਉਣੇ ਸੀ, ਲੇਕਿਨ ਸਾਡੇ ਕੋਲ ਬੈਂਕ 'ਚ ਪੈਸੇ ਹੀ ਘੱਟ ਸੀਗੇ, ਇਸ ਕਰਕੇ ਅਸੀਂ ਨਹੀਂ ਪਾਏ। ਵੈਸੇ ਉਹਨਾਂ ਨੂੰ ਹਦਾਇਤਾਂ ਪਿੱਛੋਂ ਕਿ ਸ਼ਨੀਵਾਰ ਪੈਸੇ ਜ਼ਿਆਦਾ ਪਾ ਕੇ ਜਾਂਦੇ ਸੀਗੇ, ਲੇਕਿਨ ਮੈਂ ਕਹੂੰਗੀ ਸਾਡੀ ਵੀ ਖੁਸ਼ਕਿਸਮਤੀ ਹੈ ਕਿ ਜਿਹੜਾ ਲੁੱਟਿਆ ਤੇ ਗਿਆ, ਪਰ ਜਿਹੜਾ ਜ਼ਿਆਦਾ ਪੈਸੇ ਨਹੀਂ ਪਏ ਤੇ ਜ਼ਿਆਦਾ ਨੁਕਸਾਨ ਨਹੀਂ ਹੋਇਆ। ਥੋੜ੍ਹੇ ਪੈਸੇ ਲੁੱਟੇ ਗਏ ਪਰ ਲੁੱਟਿਆ ਜ਼ਰੂਰ ਗਿਆ। ਇਹ ਸਾਨੂੰ ਇਹ ਗੱਲ ਮਹਿਸੂਸ ਵੀ ਹੋ ਰਹੀ ਆ, ਪਰ ਸਾਨੂੰ ਉਮੀਦ ਆ ਕਿ ਅਸੀਂ ਸ਼ਾਮਾਂ ਤੱਕ ਬੰਦਿਆਂ ਨੂੰ ਫੜ ਲਵਾਂਗੇ। ਉੱਥੇ ਕੋਈ ਗਾਰਡ ਨਹੀਂ ਹੈਗਾ ਜੀ। ਕਿੰਨੇ ਬੰਦੇ ਸੀ ਜਿਹੜੇ ਏਟੀਐਮ ਲੁੱਟਣ ਆਏ? ਦੇਖੋ ਅਜੇ ਉਹਦੀਆਂ ਅਸੀਂ CCTV ਕੈਮਰੇ ਖੰਗਾਲ ਰਹੇ ਹਾਂ ਤੇ ਉਹ ਸਾਨੂੰ ਜਿਹੜਾ ਪਤਾ ਲੱਗੇਗਾ, ਜਿੱਥੇ ਸਾਨੂੰ ਥੋੜਾ ਸ਼ੱਕ ਜਿਹਾ ਅਸੀਂ ਰੇਡ ਵਾਸਤੇ ਆਪਣੀਆਂ ਪਾਰਟੀਆਂ ਭੇਜ ਦਿੱਤੀਆਂ ਹੋਈਆਂ। ਕਿੰਨੇ ਵਜੇ ਦਾ ਟਾਈਮ ਹੈ ਜੀ ਜਿਹੜੇ? ਰਾਤ 3 ਵਜੇ ਕਰੀਬ ਦਾ ਟਾਈਮ ਹੈ ਜੀ। ਥੈਂਕ ਯੂ ਮੈਡਮ। ਕੀ ਨਾਮ ਹੈ ਉਹ ਏਟੀਐਮ ਬੈਂਕ ਵਾਲਿਆਂ ਨੂੰ ਚਾਹੀਦਾ ਨਹੀਂ ਉੱਥੇ ਬੰਦਾ ਗਾਰਡ ਖੜਾਉਣਾ ਚਾਹੀਦਾ? ਦੇਖੋ ਇਹ ਸਰਕਾਰਾਂ ਦੇ ਕੰਮ ਆ, ਉਹਨਾਂ ਨੇ ਆਲਰੇਡੀ ਅਸੀਂ ਪਹਿਲਾਂ ਵੀ ਲਿਖ ਕੇ ਭੇਜਿਆ। ਜਦੋਂ ਮੂਵਮੈਂਟ ਚੱਲਦੀ ਆ ਉਦੋਂ ਅਸੀਂ ਉੱਥੇ ਸਾਡੀ ਗਾਰਡ ਵੀ ਰਹਿੰਦੀ ਆ, ਮੈਂ ਆਪ ਵੀ ਜਾ ਕੇ ਚੱਕਰ ਲਾਉਂਦੀ ਰਹਿੰਦੀ ਆ। ਇਹ ਜਦੋਂ ਸਾਨੂੰ ਕੰਪਲੇਂਟ ਕਰਦੇ ਆ ਕਿ ਰਸ਼ ਪੈ ਗਿਆ ਅਸੀਂ ਵੀ ਜਾਂਦੇ ਆ, ਪਰ ਪ੍ਰੋਬਲਮ ਇਹ ਹੈ ਕਿ ਗਾਰਡ ਪੱਕਾ ਨਹੀਂ ਸੀਗਾ। ਪੱਕਾ ਗਾਰਡ ਨਾ ਹੋਣ ਕਰਕੇ ਵੀ ਜਿਹੜਾ ਨੁਕਸਾਨ ਹੋਇਆ। ਬਾਕੀ ਗਾਰਡ ਜਿਹੜੇ ਪੱਕੇ ਉੱਥੇ ਸਾਨੂੰ ਪਤਾ ਕੋਈ ਅਲਾਰਮ ਲੱਗ ਜਾਂਦਾ, ਇਹਨਾਂ ਦਾ ਸੈਰਮ ਵੀ ਜਿਹੜਾ ਨਹੀਂ ਚੱਲ ਰਿਹਾ ਜੀ। ਕੋਈ ਤੁਹਾਨੂੰ ਲੱਗਦਾ ਬੈਂਕ ਦੀ ਅਣਗਹਿਲੀ? ਨਹੀਂ, ਬਿਲਕੁਲ ਅਣਗਹਿਲੀ। ਦੇਖੋ ਮੈਂ ਕਹਾਂਗੀ ਬੈਂਕ ਵਾਲਿਆਂ ਦੀ ਅਣਗਹਿਲੀ ਮੈਂ ਦੱਸਦੀ, ਉਹਨਾਂ ਕਹਿਣਾ ਪੁਲਿਸ ਦੀ ਅਣਗਹਿਲੀ ਆ ਕਿ ਪੁਲਿਸ ਇਨਫੋਰਮੇਸ਼ਨ ਹਰ ਜਗ੍ਹਾ 'ਤੇ ਪੁਲਿਸ ਵੀ ਜਾ ਕੇ ਨਹੀਂ ਬੈਠ ਸਕਦੀ। ਬੈਂਕ ਨੇ ਉੱਪਰ ਅਥਾਰਟੀ ਨੂੰ ਲਿਖਣਾ ਹੁੰਦਾ ਆ, ਜੇਕਰ ਗਾਰਡ ਹੁੰਦਾ ਤਾਂ ਸ਼ਾਇਦ ਬੈਟਰ ਹੁੰਦਾ, ਇਹ ਨਾ ਹੁੰਦੀ ਵਾਰਦਾਤ। ਜ਼ਿਕਰ ਇਹ ਖਾਸ ਹੈ ਕਿ ਲਾਕਡਾਊਨ ਦੇ ਵਿੱਚ ਢਿੱਲ ਮਿਲਣ ਦੇ ਕਾਰਨ ਕਈ ਅਜਿਹੀਆਂ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਨੇ ਜੋ ਕਿ ਪੁਲਿਸ ਪ੍ਰਸ਼ਾਸਨ ਦੇ ਸਿਰ ਪੀੜ ਕਰਨ ਵਾਲੀਆਂ ਵੀ ਨੇ ਤੇ ਕਈ ਸੁਰੱਖਿਆ ਪ੍ਰਬੰਧਾਂ ਤੇ ਵੀ ਸਵਾਲ ਖੜਾ ਕਰ ਰਹੀਆਂ ਨੇ। ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ। ਲਾਕਡਾਊਨ ਦੌਰਾਨ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਬੰਦ ਹਨ, ਜਿਸ ਕਾਰਨ ਬੱਚਿਆਂ ਦਾ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਹੁਣ ਮਾਨਸਾ ਦੇ ਪਿੰਡ ਦਾ ਤੇ ਵਾਸ ਦੇ ਸਰਕਾਰੀ ਸਕੂਲ ਦੇ ਇੱਕ ਕੰਪਿਊਟਰ ਵਿਸ਼ੇ ਦੇ ਅਧਿਆਪਕ ਮਲਕੀਤ ਸਿੰਘ ਵੱਲੋਂ ਸਿੱਖਿਆ ਮੋਬਾਈਲ ਐਪ ਤਿਆਰ ਕੀਤੀ ਗਈ ਹੈ। ਇਹ ਐਪ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਾਉਣ ਦੇ ਵਿੱਚ ਪੂਰੀ ਸਮਰੱਥ ਰੱਖਦੀ ਹੈ। ਇਸ ਐਪ ਨਾਲ ਹਰ ਦਿਨ ਅਧਿਆਪਕ ਟਾਈਮ ਟੇਬਲ ਮੁਤਾਬਕ ਆਪਣੇ ਲੈਕਚਰ ਬੱਚਿਆਂ ਤੱਕ ਪਹੁੰਚਾ ਸਕਣਗੇ। ਅਧਿਆਪਕ ਮਲਕੀਤ ਸਿੰਘ ਨੇ ਦੱਸਿਆ ਕਿ ਅਜੋਕਾ ਸਮਾਂ ਤਕਨਾਲੋਜੀ ਦਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਵੀ ਇਸ ਤਕਨਾਲੋਜੀ 'ਚ ਪਿੱਛੇ ਨਹੀਂ ਰਹਿਣਾ ਚਾਹੁੰਦੇ। ਸਾਨੂੰ ਜੀ ਤਾਂ ਬਹੁਤ ਫਾਇਦਾ ਹੋਇਆ ਜੀ, ਉਹਦੇ ਨਾਲ ਅਸੀਂ ਘਰ ਬੈਠੇ ਵਧੀਆ ਪੜ੍ਹ ਸਕਦੇ ਹਾਂ ਜੀ। ਸਾਡੇ ਪੇਰੈਂਟਸ ਨੂੰ ਪਤਾ ਲੱਗਦਾ ਜੀ ਵੀ ਅਸੀਂ ਕਿਵੇਂ ਪੜ੍ਹਦੇ ਹਾਂ, ਕਿਵੇਂ ਨਹੀਂ ਪੜ੍ਹਦੇ ਜੀ। ਅਤੇ ਉਹ ਤਾਂ ਸਾਨੂੰ ਪਹਿਲਾਂ ਟੀਚਰ ਕੰਮ ਭੇਜਦੇ ਨੇ ਜੀ, ਫਿਰ ਅਸੀਂ ਉਹ ਕੰਮ ਨੂੰ ਦੁਬਾਰਾ ਤੋਂ ਕਰਕੇ ਫਿਰ ਨੋਟਬੁੱਕ 'ਤੇ ਫਿਰ ਉਹਦੀ ਫੋਟੋ ਖਿੱਚ ਕੇ ਸਰ ਨੂੰ ਭੇਜਦੇ ਜੀ। ਫਿਰ ਸਰ ਸਾਨੂੰ ਫੀਡਬੈਕ ਭੇਜਦੇ ਨੇ, ਅਸੀਂ ਫੀਡਬੈਕ ਦੇਖਦੇ ਹਾਂ ਵੀ ਸਾਡੀ ਕੀ ਗਲਤੀ ਹੈ ਜਾਂ ਸਾਡਾ ਕੰਮ ਕਿਵੇਂ ਹੈਗਾ, ਤਾਂ ਸਾਨੂੰ ਇਸ ਤੋਂ ਪਤਾ ਲੱਗਦਾ ਹੈ ਵੀ ਸਾਡਾ ਵੀ ਕੀ ਗਲਤ ਕੰਮ ਕਰਿਆ ਅਸੀਂ ਨੇ, ਕੀ ਸਹੀ ਹੈ, ਤਾਂ ਅਸੀਂ ਆਪਣੀ ਗਲਤੀ ਵੀ ਸੁਧਾਰ ਦਿਆਂਗੇ। ਜਦੋਂ ਪੰਜਾਬ 'ਚ ਕਰਫਿਊ ਸੀ ਜਾਂ ਲਾਕਡਾਊਨ ਚੱਲ ਰਿਹਾ ਸੀ
ਤਾਂ ਸਿੱਖਿਆ ਵਿਭਾਗ ਨੇ ਲਗਾਤਾਰ ਆਪਣੀਆਂ ਜਿਹੜੀਆਂ ਵਿਉਂਤਬੰਦੀਆਂ ਤਹਿਤ ਜਿਹੜੀ ਆਨਲਾਈਨ ਐਜੂਕੇਸ਼ਨ ਹੈ ਉਹਨੂੰ ਪ੍ਰਫੁੱਲਿਤ ਕਰਨ ਵਾਸਤੇ ਉਹਨੂੰ ਬੱਚਿਆਂ ਤੱਕ ਪਹੁੰਚਾਉਣ ਵਾਸਤੇ ਕਾਫੀ ਉਪਰਾਲੇ ਕੀਤੇ ਹੈ ਤੇ ਉਸੇ ਤਹਿਤ ਹੀ ਜਿਹੜੇ ਵੱਖ-ਵੱਖ ਟੀਚਰ ਸਾਹਿਬਾਨਾਂ ਨੇ ਉਹਨਾਂ ਨੇ ਵੀ ਆਧੁਨਿਕ ਸਿਸਟਮ ਦੀਆਂ ਤਿਆਰ ਕੀਤੇ ਨੇ, ਜਿਸ ਤਹਿਤ ਬੱਚਿਆਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਰਿਹਾ। ਇਸੇ ਤਹਿਤ ਹੀ ਮਾਨਸਾ ਜ਼ਿਲ੍ਹੇ ਦੇ ਵਿੱਚ ਦਾਤੇਵਾਲ ਸਕੂਲ ਦੇ ਇੱਕ ਟੀਚਰ ਸਾਹਿਬਾਨ ਨੇ ਉਹਨਾਂ ਨੇ ਬਹੁਤ ਵਧੀਆ ਐਪ ਤਿਆਰ ਕੀਤੀ ਹੈ, ਜਿਸ 'ਚ ਆਧੁਨਿਕ ਸਿਸਟਮ ਦੇ ਨਾਲ ਸਾਰਾ ਜਿਹੜਾ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਬਹੁਤ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਐਪ ਦੇ ਥਰੂ ਉਹਨਾਂ ਦੀ ਹਾਜ਼ਰੀ ਲੱਗਣ ਦਾ ਜਾਂ ਜੋ ਵੀ ਟੈਸਟ ਵਗੈਰਾ ਹੋ ਰਿਹਾ ਉਹਨਾਂ ਦਾ ਸਾਰਾ ਉਹ ਪਤਾ ਲੱਗ ਰਿਹਾ ਹੈ। ਕੱਲ੍ਹ ਨੂੰ ਜਦੋਂ ਸਕੂਲ ਖੁੱਲ੍ਹਣਗੇ ਉਸ ਐਪ ਦੇ ਤਹਿਤ ਉਹਨਾਂ ਦੇ ਬੱਚਿਆਂ ਨੂੰ ਜਦੋਂ ਬੱਚੇ ਆਉਣਗੇ ਜਾਣਗੇ ਤਾਂ ਉਹਨਾਂ ਸਿਸਟਮ ਬਾਰੇ ਵੀ ਉਹਨਾਂ ਦੇ ਮਾਪਿਆਂ ਦੇ ਨਾਲ ਪਤਾ ਲੱਗਿਆ, ਜਿਸ ਕਰਕੇ ਉਹ ਸੁਰੱਖਿਆ ਦੇ ਤੌਰ ਤੇ ਵੀ ਉਹ ਬੱਚਿਆਂ ਦੇ ਲਈ ਉਹ ਸਕੂਲ ਦੇ ਲਈ ਬਹੁਤ ਵੱਡਾ ਫਾਇਦੇਮੰਦ ਹੋਵੇਗਾ। ਇਸ ਦੇ ਵਿੱਚ ਇੱਕ ਲਿੰਕ ਆ ਜਾਂਦਾ ਹੈਗਾ, ਇਸ ਲਿੰਕ ਦੇ ਵਿੱਚ ਅਸੀਂ ਆਪਦਾ ਪਾਸਵਰਡ ਹੈ ਜਿਹੜਾ ਪਾ ਦਿੰਦੇ ਹਾਂ ਅਤੇ ਟੀਚਰ ਅਨੁਸਾਰ ਦੱਸੇ ਅਸੀਂ ਜਿਹੜਾ ਆਪਣਾ ਨੰਬਰ ਹੈ ਉਹ ਕਰ ਦਿੰਦੇ ਹਾਂ। ਨੰਬਰ ਦੇਣ ਤੋਂ ਬਾਅਦ ਅਸੀਂ ਐਪ ਨੂੰ ਲੌਗਇਨ ਕਰ ਦਿੰਦੇ ਹਾਂ। ਜਦੋਂ ਲੌਗਇਨ ਕਰ ਦਿੰਦੇ ਹਾਂ ਜਿਸ ਮਿਤੀ ਅਨੁਸਾਰ ਜਿਹੜਾ ਕੰਮ ਦਿੱਤਾ ਹੁੰਦਾ ਉਹ ਸਾਨੂੰ ਆ ਜਾਂਦਾ। ਜਦੋਂ ਅਸੀਂ ਕੰਮ ਸਕੂਲ ਦਾ ਕੰਪਲੀਟ ਕਰ ਦਿੰਦੇ ਹਾਂ ਤਾਂ ਅਸੀਂ ਪਿਕ ਕਰ ਦਿੰਦੇ ਹਾਂ ਕਿਸੇ ਨੇ ਕੰਮ ਕਰ ਲਿਆ ਸਕੂਲ ਦਾ, ਤਾਂ ਸਰ ਉਹ ਪਿਕ ਦੇਖ ਲੈਂਦੇ ਨੇ ਅਤੇ ਇਸ ਤਰ੍ਹਾਂ ਨਾਲ ਜਿਹੜਾ ਸਾਡਾ ਸਕੂਲ ਦਾ ਕੰਮ ਹੈ ਐਪ ਦੇ ਜ਼ਰੀਏ ਉਹ ਪੂਰਾ ਹੋ ਜਾਂਦਾ ਹੈ। ਅੱਜ ਦਾ ਜੋ ਯੁੱਗ ਹੈ ਉਹ ਟੈਕਨੋਲੋਜੀ ਯੁੱਗ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰਕਾਰੀ ਜਿਹੜੇ ਸਕੂਲਾਂ ਦੇ ਬੱਚੇ ਨੇ ਉਹ ਵੱਧ ਤੋਂ ਵੱਧ ਟੈਕਨੋਲੋਜੀ ਨਾਲ ਜੁੜਨ। ਜਦ ਕਿ ਮੈਂ ਇੱਕ ਕੰਪਿਊਟਰ ਅਧਿਆਪਕ ਹਾਂ ਤਾਂ ਮੇਰਾ ਫਰਜ਼ ਉਸ ਤੋਂ ਵੀ ਜ਼ਿਆਦਾ ਬਣ ਜਾਂਦਾ ਹੈ, ਤਾਂ ਇਸ ਲਈ ਮੈਂ ਸਕੂਲ ਦੇ ਲਈ ਬੱਚਿਆਂ ਦੇ ਲਈ ਇੱਕ ਐਪ ਤਿਆਰ ਕੀਤੀ ਹੈ। ਉਸ ਦਾ ਨਾਮ ਹੈ ਈ ਸਿੱਖਿਆ। ਈ ਸਿੱਖਿਆ ਦੇ ਮਤਲਬ ਕਈ ਫੀਚਰਸ ਨੇ, ਬੈਨੀਫਿਟ ਨੇ ਜੋ ਬੱਚਿਆਂ ਨੂੰ ਲੋਕਡਾਊਨ ਸਮੇਂ ਦੇ ਵਿੱਚ ਹੋ ਰਹੇ ਹਨ। ਜਿਵੇਂ ਕਿ ਸਭ ਤੋਂ ਮੇਜਰ ਕੰਮ ਸੀ ਉਹਨਾਂ ਦਾ ਹੋਮਵਰਕ ਬੱਚਿਆਂ ਨੂੰ ਜਿਵੇਂ WhatsApp ਦੇ ਰਾਹੀਂ ਅਸੀਂ ਭੇਜਦੇ ਹਾਂ ਤਾਂ ਸਾਰੇ ਟੀਚਰਸ ਇੱਕ ਗਰੁੱਪ ਦੇ ਵਿੱਚ ਕੰਮ ਆਉਂਦਾ ਗਾ, ਤਾਂ ਬੱਚਿਆਂ ਨੂੰ ਉਹ ਮਤਲਬ ਸੈਪਰੇਟ ਕਰਨਾ ਜਾਂ ਉਹਨੂੰ ਫਿਲਟਰ ਕਰਨਾ ਔਖਾ ਹੋ ਜਾਂਦਾ ਵੀ ਕਿਹੜਾ ਕੰਮ ਕਿਸ ਟੀਚਰ ਨੇ ਕਦੋਂ ਭੇਜਿਆ ਗਾ। ਤਾਂ ਸਭ ਤੋਂ ਮੇਨ ਮੋਟਿਵ ਤਾਂ ਅਸੀਂ ਕੰਸਨਟ੍ਰੇਸ਼ਨ ਹੋਮਵਰਕ 'ਤੇ ਕੀਤੀ ਹੈ ਕਿ ਬੱਚੇ ਨੂੰ ਉਹ ਲੌਗਇਨ ਕਰਕੇ ਐਟ ਏ ਟਾਈਮ ਉਹੀ ਸਟੂਡੈਂਟ ਮਤਲਬ ਵਰਕ ਨੂੰ ਦੇਖੇਗਾ ਜੋ ਟੀਚਰਸ ਨੇ ਉਸ ਨੂੰ ਅਸਾਈਨ ਕੀਤਾ ਹੋਏਗਾ। ਉਸ ਤੋਂ ਬਾਅਦ ਉਸ ਵਰਕ ਨਾਲ ਰਿਲੇਟਡ ਵੀਡੀਓਜ਼ ਨੇ, ਨੋਟਸ ਨੇ ਜੋ ਅਸੀਂ ਟੀਚਰਸ ਟਾਈਮ ਟੇਬਲ ਅਕੋਰਡਿੰਗ ਉਹਨੂੰ ਅਪਲੋਡ ਕਰਦਾ ਗਾ। ਅਤੇ ਉਸ ਤੋਂ ਬਾਅਦ ਬੱਚੇ ਨੇ ਜੋ ਵੀ ਐਪ ਨੂੰ ਆਪਣੇ ਮੋਬਾਈਲ 'ਤੇ ਲੌਗਇਨ ਕਰਦੇ ਨੇ, ਫਿਰ ਬੱਚੇ ਉਸ ਐਪ ਦੇ ਥਰੂ ਜੋ ਕੰਮ ਦਿੱਤਾ ਹੋਊਗਾ ਉਹਨੂੰ ਨੋਟ ਡਾਊਨ ਕਰਕੇ ਉਹਨਾਂ ਨੂੰ ਅਪਲੋਡ ਕਰਦੇ ਨੇ, ਵਾਪਸ ਅਪਲੋਡ ਕਰਦੇ ਨੇ ਅਤੇ ਟੀਚਰਸ ਉਸ ਵਰਕ ਨੂੰ ਦੇਖ ਕੇ ਰਿਮਾਰਕਸ ਦਿੰਦਾ ਗਾ ਕਿ ਤੁਹਾਡਾ ਐਕਸੀਲੈਂਟ ਹੈ, ਵੈਰੀ ਗੁੱਡ ਹੈ ਜਾਂ ਕੋਈ ਕਰੈਕਸ਼ਨ ਕਰਨ ਵਾਲੀ ਹੈ। ਅਤੇ ਇਸ ਦਾ ਲੋਕਡਾਊਨ ਦੇ ਵਿੱਚ ਬੱਚਿਆਂ ਨੂੰ ਬਹੁਤ ਬੈਨੀਫਿਟ ਹੋ ਰਿਹਾ ਹੈ। ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੇ ਰਵਨੀਤ ਬਿੱਟੂ ਦੀ ਪ੍ਰਤੀਕਿਰਿਆ, ਕਿਹਾ ਬਾਦਲਾਂ ਦੀ ਜੇਬ ਚੋਂ ਨਿਕਲੇ ਹਨ ਜਥੇਦਾਰ। ਅੰਮ੍ਰਿਤਸਰ 'ਚ ਵਾਪਰਿਆ ਦਰਦਨਾਕ ਸੜਕ ਹਾਦਸੇ ਦੇ ਵਿੱਚ ਗੱਡੀ ਤੇ ਰਿਕਸ਼ਾ ਚਾਲਕ ਦੇ ਵਿੱਚ ਹੋਈ ਭਿਆਨਕ ਟੱਕਰ, ਚਾਲਕ ਦੀ ਮੌਕੇ ਤੇ ਮੌਤ, ਗੱਡੀ ਚਾਲਕ ਮੌਕੇ ਤੋਂ ਫਰਾਰ। ਚੰਡੀਗੜ੍ਹ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਸ਼ਰਾਬ ਠੇਕੇਦਾਰ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ। ਲੁਧਿਆਣਾ 'ਚ ਕਰੋਨਾ ਮਹਾਮਾਰੀ ਦਾ ਕਹਿਰ ਜਾਰੀ, 12ਵਾਂ ਨਵੇਂ ਮਾਮਲੇ ਆਏ ਸਾਹਮਣੇ, ਪੋਜ਼ਿਟਿਵ ਮਾਮਲਿਆਂ ਵਿੱਚ 9 ਮਹਿਲਾਵਾਂ ਅਤੇ 2 ਆਦਮੀ ਸ਼ਾਮਲ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। This show is sponsored by Ashoka Tandoori Range. Enjoy the Indian taste.